ਨਾਨਕ ਪਗ ਪੰਕਜ ਬੰਦਨ ਪਗ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵੋ ਹਿਰਦੈ ਧਿਆਵੋ ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ ਗੁਰੂ ਅਰਜਨ ਬਿਘਨਨ ਕੇ ਨਾਸ਼ਕ ਬਿਘਨਨ ਕੇ ਨਾਸ਼ਕ ਸ਼੍ਰੀ ਹਰਗੋਬਿੰਦ ਸ਼ੋਭ ਸੁਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਗੁਰੂ ਹਰਿ ਕ੍ਰਿਸ਼ਨ ਮਨਾਏ ਬਾਹੋਰੀ ਗੁਰੂ ਤੇਗ ਬਹਾਦੁਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਧਰੋਂ ਧਰਾ ਪਰ ਪੁਨ ਪੁਨ ਸੀਸਾ ਪੁਨ ਪੁਨ ਸੀਸਾ ਬੰਦਹੁ ਬਾਰ ਬਾਰ ਜਗਦੀਸ਼ਾ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ ਮੁਕਤ ਭੁਗਤ ਜੁਗਤ ਦੇ ਦਾਤੇ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਸਮਰੱਥ ਸਤਿਗੁਰੂ ਪ੍ਰਤੱਖ ਸਤਿਗੁਰੂ ਦਾਸਾਂ ਗਰੀਬਾਂ ਦੀ ਇੱਜ਼ਤ ਰੱਖਣ ਵਾਲੇ ਪਰਦੇ ਢੱਕਣ ਵਾਲੇ ਸੱਚੇ ਪਾਤਸ਼ਾਹ ਮਹਾਨ ਸੁੱਖਾਂ ਦੇ ਦਾਤੇ ਸੱਚੇ ਪਾਤਸ਼ਾਹ ਮਿਹਰਬਾਨ ਸਤਿਗੁਰੂ ਲੋਕ ਪਰਲੋਕ ਵਿੱਚ ਸਹਾਇਤਾ ਕਰਨ ਵਾਲੇ ਸਤਿਗੁਰੂ ਰਾਜਨ ਕੇ ਰਾਜਾ ਮਹਾਰਾਜਨ ਕੇ ਮਹਾਰਾਜਾ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਸੁਭਾਏਮਾਨ ਗੁਰੂ ਕੀ ਸਾਜੀ ਨਵਾਜੀ ਗੁਰੂ ਪਿਆਰੀ ਸਾਧ ਸੰਗਤ ਜੀਓ ਬਹੁਤ ਹੀ ਪ੍ਰੇਮ ਦੇ ਨਾਲ ਦਾਸ ਦੀ ਤੇ ਆਪਣੀ ਹਾਜ਼ਰੀ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਲਵਾਓ ਜੀ ਦੋਵੇਂ ਹੱਥ ਜੋੜ ਕੇ ਪ੍ਰੇਮ ਸਹਿਤ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਿਰ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀਨ ਦੁਨੀ ਦਾ ਪਾਤਸ਼ਾਹ ਪਾਤਸ਼ਾਹਾਂ ਪਾਤਸ਼ਾਹ ਅਡੋਲਾ ਸੱਚੇ ਪਾਤਸ਼ਾਹ ਦੀਨ ਦੁਨੀ ਦੇ ਪਾਤਸ਼ਾਹ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਤਿੰਨਾਂ ਦਾ ਪਾਵਨ ਪਵਿੱਤਰ ਇਤਿਹਾਸ ਆਪ ਸਭ ਸੰਗਤਾਂ ਪ੍ਰੇਮ ਸਹਿਤ ਸਰਵਣ ਕਰਦੇ ਹੋ ਗੁਰਮੁਖੋ ਲੋਹਗੜ੍ਹ ਜੰਗ ਸਮਾਪਤ ਕਰਕੇ ਹਰਿਮੰਦਰ ਸਾਹਿਬ ਸ਼ੁਕਰਾਨੇ ਦੀ ਅਰਦਾਸ ਕਰਕੇ ਸੱਚੇ ਪਾਤਸ਼ਾਹ ਜੀ ਮਹਾਰਾਜ
ਝਬਾਲ ਵਾਲੇ ਨਗਰ ਵਾਲੇ ਪਾਸੇ ਤੁਰੇ ਜੀ। ਉਥੇ ਆਪ ਜੀ ਨੇ ਸਰਵਣ ਕੀਤਾ। ਇੱਕ ਪਾਸੇ ਬਰਾਤ ਆਉਣ ਦਾ ਸਮਾਂ ਹੋਇਆ, ਉਧਰੋਂ ਗੁਰੂ ਸਾਹਿਬ ਵੀ ਪਹੁੰਚ ਗਏ। ਗੁਰੂ ਸਾਹਿਬ ਨੇ ਆਪਣੇ ਸਿੱਖਾਂ ਨੂੰ ਬਰਾਤ ਅੱਗੇ ਲੈਣ ਵਾਸਤੇ ਘੱਲਿਆ। ਸਿੱਖਾਂ ਨੇ ਬਰਾਤ ਨੂੰ ਬਿਠਾਇਆ, ਪਰ ਅਜੇ ਇੰਨੇ ਪਦਾਰਥ ਵੀ ਤਿਆਰ ਨਹੀਂ ਸੀ ਹੋਏ। ਉਸ ਸਮੇਂ ਫਿਰ ਆਪ ਜੀ ਨੇ ਸੁਣਿਆ ਕੱਲ ਦੇ ਪ੍ਰਸੰਗ ਵਿੱਚ ਵੀ ਕਿਵੇਂ ਦੇਵਤਿਆਂ ਨੇ ਆ ਕੇ, ਸੁਰਾਂ ਨੇ ਆ ਕੇ ਉੱਥੇ ਸੇਵਾ ਕੀਤੀ ਜੀ ਬਰਾਤ ਦੀ। ਸੰਗਤ ਜੀ, ਗੁਰੂ ਘਰ ਵਿੱਚ ਸਾਰੇ ਆਪੋ ਆਪਣੀ ਸੇਵਾ ਕਰਕੇ ਹਾਜ਼ਰੀ ਲਵਾਉਂਦੇ ਨੇ ਜੀ। ਹਰ ਕੋਈ ਜਿੱਥੋਂ ਤੱਕ ਜਿਹਦੀ ਪਹੁੰਚ ਹੈਗੀ ਹੈ, ਜਿੰਨੀ ਕੁ ਜਿਹਦੀ ਅਵਸਥਾ ਹੈ, ਆਪਣੇ ਵੱਲੋਂ ਉਹ ਸੇਵਾ ਕਰਕੇ ਤੇ ਉਹ ਆਪਣੀ ਹਾਜ਼ਰੀ ਲਵਾਉਂਦਾ ਹੈ ਜੀ। ਕੋਈ ਦੇਵਤਾ ਮੰਜੇ ਲਈ ਆਏ, ਕੋਈ ਬਿਸਤਰਾ, ਕੋਈ ਸ਼ਰਦਾਈਆਂ ਘੋਟ ਘੋਟ ਪਿਆਏ, ਕੋਈ ਮਠਿਆਈਆਂ ਛਕਾਏ। ਕੱਲ ਆਪ ਜੀ ਨੇ ਸਾਰਾ ਪ੍ਰਸੰਗ ਸਰਵਣ ਕੀਤਾ। ਇਹ ਵੀ ਸੇਵਾ ਕਰਕੇ ਆਪਣੇ ਵੱਡੇ ਭਾਗ ਸਮਝ ਰਹੇ ਵੀ ਗੁਰੂ ਸਾਹਿਬ ਜੀ ਦੀ ਬੱਚੀ ਦੀ ਸ਼ਾਦੀ ਵਿੱਚ ਸਾਨੂੰ ਸੇਵਾ ਕਰਨ ਦਾ ਮੌਕਾ ਮਿਲਿਆ, ਅਸੀਂ ਧੰਨ ਭਾਗ ਸਮਝਦੇ ਹਾਂ ਜੀ। ਗੁਰੂ ਸਾਹਿਬ ਫਿਰ ਸਿੱਖਾਂ ਨੂੰ ਘੱਲਦੇ ਵੀ ਜਾ ਕੇ ਪਤਾ ਕਰੋ। ਸਿੱਖ ਕਹਿੰਦੇ ਮਹਾਰਾਜ ਉੱਥੇ ਤੇ ਸਾਰੀਆਂ ਤਿਆਰੀਆਂ ਪਹਿਲਾਂ ਹੀ ਹੋਈਆਂ ਪਈਆਂ ਹਨ। ਜਿੰਨੇ ਬਰਾਤੀ ਸਭ ਛੱਕ ਕੇ ਇੱਕਦਮ ਤ੍ਰਿਪਤ ਹੋਏ ਪਏ, ਤੇ ਸਾਨੂੰ ਲੱਗਦਾ ਵੀ ਪਿੰਡ ਦੇ ਸਿੱਖਾਂ ਨੇ ਛਕਾ ਦਿੱਤਾ ਜੀ। ਪਰ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਜਾਣ ਗਏ ਵੀ ਇਹ ਕੌਣ ਆਇਆ ਸਾਰਾ ਕੁਝ ਛਕਾਉਣ ਵਾਸਤੇ, ਕੌਣ ਆਇਆ ਸੇਵਾ ਕਰਨ ਵਾਸਤੇ। ਉੱਥੇ ਫਿਰ ਆਪ ਜੀ ਨੇ ਸੁਣਿਆ ਇੱਕ ਪਾਸੇ ਗੁਰੂ ਕੀ ਬਾਣੀ ਦਾ ਕੀਰਤਨ ਹੋ ਰਿਹਾ ਸੀ। ਸਾਰੀ ਬਰਾਤ ਸਾਧ ਸੰਗਤ ਜੀ ਉਸ ਅਸਥਾਨ ਤੇ ਆਈ ਤੇ ਫਿਰ ਫੇਰਿਆਂ ਦੀ ਰਸਮ ਹੋਈ ਜੀ। ਸਾਰਾ ਕੁਝ ਆਪ ਜੀ ਨੇ ਸਰਵਣ ਕੀਤਾ। ਦੂਜੇ ਪਾਸੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਜਿਹੜਾ ਉੱਤੋਂ ਨਿਸ਼ਾਨਾ ਲਾ ਰਿਹਾ ਸੀ, ਉਹ ਆਪੇ ਹੀ ਮਰ ਗਿਆ ਜੀ। ਕੱਲ ਆਪ ਜੀ ਨੇ ਸੁਣਿਆ। ਸਾਧ ਸੰਗਤ ਜੀ, ਗੁਰੂ ਕੀ ਬਾਣੀ ਅਟਲ ਹੈ, ਗੁਰੂ ਕੀ ਬਾਣੀ ਸੱਚਾਈ ਹੈ, ਤੇ ਗੁਰੂ ਕੀ ਬਾਣੀ ਪਰਮੇਸ਼ਰ ਦੇ ਬੋਲ ਨੇ ਜੀ। ਤੇ ਪਰਮੇਸ਼ਰ ਦੇ ਬੋਲ ਪਤਾ ਕੀ ਨੇ? ਜੇ ਕੋ ਮੰਦਾ ਚਿਤਵੈ ਪੂਰੇ ਸਤਿਗੁਰੂ ਕਾ, ਸੋ ਆਪ ਉਪਾਵਨ ਹਾਰੈ ਮਾਰਿਆ। ਗੱਜ ਕੇ ਆਖੋ ਵਾਹਿਗੁਰੂ। ਇਹਦਾ ਭਾਵ ਇਹ ਹੈ ਵੀ ਜੇ ਕੋਈ ਪੂਰੇ ਸਤਿਗੁਰੂ ਜੀ ਦਾ ਮੰਦਾ ਚਿਤਵੇ ਜੀ, ਮੰਦਾ ਕਰਨ ਦੀ ਤੇ ਗੱਲ ਦੂਰ ਦੀ ਹੈਗੀ ਹੈ ਜੀ, ਮੰਦਾ ਚਿਤਵੇ, ਚਿਤਵੇ ਦਾ ਅਰਥ ਹੁੰਦਾ ਸੋਚੇ ਜੀ। ਸਤਿਗੁਰ ਸਭਨਾ ਦਾ ਭਲਾ ਮਨਾਏਂਦਾ, ਤਿਸ ਦਾ ਬੁਰਾ ਕਿਉਂ ਹੋਏ। ਸਤਿਗੁਰੂ ਜੀ ਦਾ ਬੁਰਾ ਕਿਉਂ ਦਾ ਅਰਥ ਹੈਗਾ ਕਿਵੇਂ ਹੋ ਸਕਦਾ ਜੀ। ਉਹ ਤੇ ਸਾਰਿਆਂ ਦਾ ਭਲਾ ਕਰਨ ਵਾਲੇ ਨੇ। ਪਰ ਆਪ ਜੀ ਨੇ ਸੁਣਿਆ ਕਿਸ ਤਰ੍ਹਾਂ ਉਹ ਆਪਣੇ ਵੱਲੋਂ ਕਰਨ ਲੱਗਾ ਤੇ ਆਪਣੇ ਮੁਖ ਦੀ ਖਖੜੀ ਪਾਟ ਗਈ ਜੀ ਉਹਦੀ। ਜੇ ਕੋਈ ਗੁਰੂ ਪ੍ਰਤੀ ਬੁਰਾ ਸੋਚ ਵੀ ਰਿਹਾ ਹੈ ਨਾ, ਸੋਚੇ ਭਾਵੇਂ ਗੁਰੂ ਪ੍ਰਤੀ ਮਾਰ ਰੱਬ ਦੀ ਪੈਂਦੀ ਜੀ ਉਹਨੂੰ। ਜੇ ਕੋ ਮੰਦਾ ਚਿਤਵੈ ਪੂਰੇ ਸਤਿਗੁਰੂ ਕਾ, ਸੋ ਆਪ ਉਪਾਵਨ ਹਾਰੈ ਮਾਰਿਆ। ਵਾਹਿਗੁਰੂ ਜੀ ਦੀ ਫਿਰ ਮਾਰ ਪੈਂਦੀ ਗੁਰਮੁਖੋ। ਬਹੁਤ ਵਾਰ ਇਹੋ ਜਿਹੀਆਂ ਗੱਲਾਂ ਆਉਂਦੀਆਂ। ਸੰਤ ਕਾ ਨਿੰਦਕ ਮਹਾ ਅਤ ਤਾਈ, ਸੰਤ ਕਾ ਨਿੰਦਕ ਖਿਨ ਟਿਕਨ ਨਾ ਮਾਈ ਪਾਈ, ਸੰਤ ਕਾ ਨਿੰਦਕ ਮਹਾ ਹਤਿਆਰਾ, ਸੰਤ ਕਾ ਨਿੰਦਕ ਪਰਮੇਸ਼ਰ ਮਾਰਾ। ਉਹ ਫਿਰ ਪਰਮੇਸ਼ਰ ਵੱਲੋਂ ਮਾਰ ਪੈਂਦੀ ਹੈ। ਕਿਉਂ? ਸੰਤਨ ਸੁਖ ਪਾਏ ਤੇ ਸੁਖੀ, ਸੁਖ ਪਾਏ ਸਾਧਨ ਕੇ ਸੁਖੀ। ਸਾਧ ਸੰਗਤ ਜੀ, ਪਰਮੇਸ਼ਰ ਵੱਲੋਂ ਫਿਰ ਉਹਨਾਂ ਬੰਦਿਆਂ ਨੂੰ ਸਜ਼ਾ ਮਿਲਦੀ ਜੀ, ਸਜ਼ਾ ਮਿਲਦੀ। ਉਹਨੂੰ ਸਜ਼ਾ ਮਿਲੀ, ਇਹ ਆਪ ਜੀ ਨੇ ਸੁਣਿਆ। ਉਹ ਤਾਂ ਮਰਦਿਆਂ ਸਮੇਂ, ਸਰੀਰ ਤਿਆਗਦਿਆਂ ਸਮੇਂ ਵੀ ਜੇ ਕੋਈ ਇਸ ਸਤਿਗੁਰੂ ਜੀ ਦੇ ਦਰਸ਼ਨ ਕਰ ਲੇ ਤੇ ਉਹਦਾ ਭਲਾ ਹੋ ਜਾਂਦਾ ਜੀ। ਬੜਾ ਭਲਾ ਹੁੰਦਾ ਜੀ, ਬੜਾ ਭਲਾ ਹੁੰਦਾ। ਕੱਲ ਆਪ ਜੀ ਨੇ ਇੱਥੋਂ ਤੱਕ ਸਾਰਾ ਹੀ ਪ੍ਰਸੰਗ ਸਾਧ ਸੰਗਤ ਜੀ ਸਰਵਣ ਕੀਤਾ ਸੀ। ਇਹਦੇ ਤੋਂ ਅੱਗੇ ਹੁਣ ਜੋ ਕਥਾ ਹੈ ਉਹ ਆਪ ਜੀ ਨੇ ਪ੍ਰੇਮ ਸਹਿਤ ਸਰਵਣ ਕਰਨੀ ਹੈ। ਬਾਬਾ ਬੁੱਢਾ ਸਾਹਿਬ ਜੀ ਇਸ ਆਨੰਦ ਕਾਰਜ ਵਿੱਚ ਸ਼ਾਮਲ ਨੇ, ਅਸੀਸਾਂ ਦੇ ਰਹੇ ਨੇ। ਖੁਦ ਪ੍ਰਤੱਖ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਆਨੰਦ ਕਾਰਜ ਵਿੱਚ ਸ਼ਾਮਲ ਨੇ, ਅਸੀਸਾਂ ਦੇ ਰਹੇ ਨੇ। ਇਹ ਸਾਰਾ ਕੁਝ ਹੀ ਆਪ ਜੀ ਨੇ ਪ੍ਰੇਮ ਸਹਿਤ ਸਰਵਣ ਕੀਤਾ। ਬਹੁਤ ਪ੍ਰੇਮ ਨਾਲ ਸਾਰੀ ਜੋ ਆਨੰਦ ਕਾਰਜ ਦੀ ਉਸ ਸਮੇਂ ਦੀ ਮਰਿਆਦਾ ਸੀ ਉਹ ਸਾਰਾ ਕੁਝ ਹੋਇਆ ਜੀ। ਬੀਬੀ ਵੀਰੋ ਜੀ ਤੇ ਬਾਬਾ ਸਾਧਾ ਜੀ ਦਾ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਸੰਜੋਗ ਜੁੜਿਆ ਜੀ। ਗੱਜ ਕੇ ਆਖੋ ਵਾਹਿਗੁਰੂ। ਇਹ ਹੈ ਵੀ ਵਿਆਹ ਹੋਆ ਮੇਰੇ ਬਾਬੂਲਾ, ਗੁਰਮੁਖੇ
ਵਰ ਪਾਇਆ। ਇਹ ਹੈ ਵੀ ਗੁਰਮੁਖ ਵਰ ਪ੍ਰਾਪਤ ਹੋਇਆ ਜੀ ਉਹਨਾਂ ਨੂੰ। ਉਹ ਤਾਂ ਚਲੋ ਇਹਦੇ ਅਰਥ ਅੰਤਰੀਵ ਵੀ ਨੇ ਜੀ, ਅੰਦਰ ਦੇ ਵਿਆਹ ਦੀ ਵੀ ਗੱਲ ਹੈਗੀ ਹੈ, ਪਰ ਜੇ ਬਾਹਰ ਦੀ ਵੀ ਗੱਲ ਕਰੀਏ ਤੇ ਸੰਗਤ ਜੀ ਇਹ ਗੁਰਮੁਖ ਨਾਲ ਵਿਆਹ ਹੋਇਆ ਜੀ, ਗੁਰਮੁਖ ਨਾਲ ਬੀਬੀ ਵੀਰੋ ਜੀ ਦਾ। ਬੜੇ ਵੱਡੇ ਭਾਗ ਸਨ ਗੁਰੂ ਸਾਹਿਬ ਜੀ ਦੇ ਘਰ ਧੀ ਬਣ ਕੇ ਆਉਣਾ, ਫਿਰ ਗਾਂ ਰੱਬ ਦੀ ਭਗਤੀ ਵਾਲੇ ਦੇ ਘਰ ਹੀ ਜਾਣਾ ਜੀ। ਸੋ ਬੀਬੀ ਵੀਰੋ ਜੀ ਦਾ ਆਨੰਦ ਕਾਰਜ ਹੋਇਆ। ਤੇ ਇਹ ਵੀ ਸੁਣ ਲਓ, ਗੁਰੂ ਸਾਹਿਬ ਨੇ ਅਮੀਰੀ ਗਰੀਬੀ ਨਹੀਂ ਵੇਖੀ ਜੀ। ਮਹਾਰਾਜ ਨੂੰ ਪਤਾ ਸੀ, ਪਰ ਗੁਰੂ ਸਾਹਿਬ ਨੇ ਆਖਿਆ ਸੀ ਜਿੱਥੇ ਸਿੱਖੀ ਹੈ ਉੱਥੇ ਸਾਡੀ ਧੀ ਕਦੀ ਭੁੱਖੀ ਨਹੀਂ ਹੋ ਸਕਦੀ ਜੀ। ਸਾਰੀ ਕਥਾ ਆਪ ਜੀ ਪਿਛਲੇ ਦਿਨਾਂ 'ਚ ਸੁਣ ਚੁੱਕੇ ਹੋ। ਇਹਦੇ ਤੋਂ ਅੱਗੇ ਕਥਾ ਹੁਣ ਸਰਵਣ ਕਰਨੀ ਹੈ। ਅੰਮ੍ਰਿਤ ਵੇਲੇ ਦਾ ਸਮਾਂ ਸੀ, ਜਦੋਂ ਸਾਰਾ ਆਨੰਦ ਕਾਰਜ ਹੋਇਆ, ਗੁਰੂ ਕੀ ਬਾਣੀ ਦਾ ਕੀਰਤਨ ਹੋਇਆ। ਰਾਗੀ ਸਿੰਘਾਂ ਨੇ ਬੜੇ ਪ੍ਰੇਮ ਦੇ ਨਾਲ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਬਾਣੀ ਦਾ ਕੀਰਤਨ ਕੀਤਾ। ਖੁਸ਼ੀ ਵਾਲੇ, ਆਨੰਦ ਵਾਲੇ, ਚਾਵ ਵਾਲੇ, ਵਿਆਹ ਵਾਲੇ ਸ਼ਬਦ ਪੜ੍ਹੇ ਜੀ ਉਹਨਾਂ ਨੇ, ਔਰ ਬਹੁਤ ਹੀ ਆਨੰਦ ਵਾਲਾ ਸਮਾਂ ਵਰਤ ਰਿਹਾ। ਗੁਰੂ ਕੇ ਸਿੱਖ ਇੱਕ ਪਾਸੇ ਖਲੋਤੇ ਨੇ, ਮਸ਼ਾਲਾਂ ਜਗੀਆਂ ਹੋਈਆਂ ਸਨ, ਸੱਚੇ ਪਾਤਸ਼ਾਹ ਪਲੰਗੇ ਤੇ ਸੱਜੇ ਸਨ। ਇਹਦੇ ਤੋਂ ਅੱਗੇ ਹੁਣ ਕਥਾ ਆਪਾਂ ਪ੍ਰੇਮ ਸਹਿਤ ਸਰਵਣ ਕਰਨੀ ਹੈ। ਸਭ ਸਿੱਖ ਸੰਗਤਾਂ ਗੱਜ ਕੇ ਆਖੋ ਜੀ, ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਬਹੁਤ ਹੀ ਪ੍ਰੇਮ ਨਾਲ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ। ਫੇਰ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਗਰੋ ਕਾਜ ਸੰਪੂਰਨ ਭਇਓ, ਉਠ ਦੁਲਹੋ ਨਿਜ ਡੇਰੇ ਗਇਓ। ਤੇ ਸਾਧ ਸੰਗਤ ਜੀ, ਸਤਿਗੁਰੂ ਜੀ ਦੀ ਹਜ਼ੂਰੀ ਵਿੱਚ ਇਹ ਜਿਤਨਾ ਵੀ ਕਾਰਜ ਸੀ ਸਾਰਾ ਸੰਪੂਰਨ ਹੋਇਆ ਜੀ। ਜਿੰਨਾ ਵੀ ਕਾਰਜ ਸੀ, ਸ਼ਾਦੀ ਦਾ, ਆਨੰਦ ਕਾਰਜ ਦਾ, ਵਿਵਾਹ ਦਾ, ਉਹ ਸਾਰਾ ਕਾਰਜ ਸੰਪੂਰਨ ਹੋਇਆ ਜੀ। ਗੁਰੂ ਸਾਹਿਬ ਜੀ ਨੇ ਮਾਤਾ ਦਮੋਦਰੀ ਜੀ ਨੂੰ ਆਖਿਆ ਸੀ ਵੀ ਚਿੰਤਾ ਨਹੀਂ ਕਰਨੀ, ਵਿਆਹ ਵਿੱਚ ਤੇ ਵਿਘਨ ਨਹੀਂ ਪਏਗਾ, ਔਰ ਨਾ ਬਰਾਤੀਆਂ ਨੂੰ ਕਿਸੇ ਪ੍ਰਕਾਰ ਦੀ ਖੇਚਲ ਹੋਏਗੀ। ਉਹ ਬਚਨ ਵੀ ਪੂਰੇ ਹੋ ਗਏ ਸੱਚੇ ਪਾਤਸ਼ਾਹ ਦੇ। ਸਾਰੇ ਬਚਨ ਆਪਣੀ ਆਪਣੀ ਥਾਈਂ ਪੂਰੇ ਹੋਏ ਜੀ। ਹਾਂਜੀ, ਜੰਗ ਵਾਲਾ ਵੀ ਹੋ ਗਿਆ ਜੀ ਬਚਨ, ਵਿਗਾੜ ਵਾਲਾ ਪੈਂਦੇ ਖਾਂ ਬੜੇ ਚਿਰ ਦਾ ਕਹਿ ਰਿਹਾ ਸੀ, ਉਹਦੀ ਖਾਹਿਸ਼ ਵੀ ਪੂਰੀ ਹੋ ਗਈ ਜੀ। ਸਾਰੇ ਬਚਨ ਹੀ ਪੂਰੇ ਹੋ ਗਏ ਤੇ ਕਾਰਜ ਵੀ ਹੋ ਗਏ ਜੀ। ਸੰਗਤ ਜੀ ਗੱਜ ਕੇ ਆਖੋ ਵਾਹਿਗੁਰੂ। ਵਿਘਨ ਪੈਣ ਵਾਲਾ ਹੋਵੇ ਜੀ, ਵਿਘਨ ਪੈਣ ਵਾਲਾ ਹੋਵੇ, ਤੇ ਜੇ ਸਤਿਗੁਰੂ ਸਾਹਿਬ ਜੀ ਦਾ ਹੱਥ ਹੋਵੇ ਨਾ ਸਿਰ ਤੇ ਵੱਡੇ ਵੱਡੇ ਵਿਘਨ ਐ ਹੀ ਲੰਘ ਜਾਂਦੇ ਜੀ, ਬਲਕਿ ਲੱਗਦੇ ਹੀ ਨਹੀਂ ਜੀ। ਹਾਂਜੀ, ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਹਜ਼ੂਰੀ ਵਿੱਚ ਸਾਰਾ ਇਹ ਕਾਰਜ ਹੋਇਆ ਜੀ। ਬਾਬਾ ਸਾਧਾ ਜੀ, ਉਹਨਾਂ ਦੇ ਪਿਤਾ ਜੀ ਸਾਰੇ ਉੱਠ ਕੇ ਜਿੱਥੇ ਬਰਾਤ ਦਾ ਪੜਾਅ ਕੀਤਾ ਸੀਗਾ ਉੱਥੇ ਪਹੁੰਚ ਗਏ ਜੀ। ਹਾਂਜੀ, ਖਾਨ ਪਾਨ ਆਦਿਕ ਸੁਧ ਸਾਰੀ, ਹਾਂਜੀ, ਗੁਰਦਾਸਨ ਸਭ ਰੀਤ ਸੁਧਾਰੀ। ਪਹਿਲਾਂ ਤੇ ਫਿਰ ਦੇਵਰੂਆਂ ਨੇ ਆ ਕੇ ਸੇਵਾ ਕੀਤੀ ਸੀ ਜੀ, ਪਰ ਆ ਦੂਸਰੀ ਵਾਰ ਫਿਰ ਸਿੱਖਾਂ ਨੇ ਪ੍ਰਸ਼ਾਦਾ ਪਾਣੀ ਛਕਾਇਆ। ਸਾਰੀ ਸੇਵਾ ਬਹੁਤ ਹੀ ਪ੍ਰੇਮ ਦੇ ਨਾਲ ਕੀਤੀ ਜੀ। ਹਾਂਜੀ, ਗੁਰ ਪ੍ਰਤਾਪ ਤੇ ਤਰਾਸ ਬਹੀਨੇ, ਸਕਲ ਜਥਾ ਸੁਖ ਸੁਪਤਤ ਕੀਨੇ। ਗੱਜ ਕੇ ਆਖੋ ਵਾਹਿਗੁਰੂ। ਗੁਰੂ ਸਾਹਿਬ ਜੀ ਦੇ ਪ੍ਰਤਾਪ ਦੇ ਨਾਲ ਸਾਰੇ ਪਾਸੇ ਹੁਣ ਸੁੱਖ ਵਰਤ ਰਿਹਾ ਸੀ, ਆਨੰਦ ਵਰਤ ਰਿਹਾ ਸੀ। ਬਰਾਤੀ ਵੀ ਕੁਝ ਸਮਾਂ ਆਰਾਮ ਕਰਨ ਲੱਗ ਪਏ। ਇੱਧਰ ਫਿਰ ਸਿੱਖ ਸੰਗਤ ਗੁਰੂ ਸਾਹਿਬ ਜੀ ਦੇ ਮਹਿਲ, ਇਹ ਸਾਰੇ ਬਰਾਤ ਦੀ ਵਿਦਾਇਗੀ ਕਰਨ ਦੀ ਤਿਆਰੀ ਕਰਨ ਲੱਗ ਪਏ ਜੀ। ਹਾਂਜੀ, ਭਾਈ ਪ੍ਰਭਾਤ ਦਾਜ ਕੀ ਤਿਆਰੀ, ਹਾਂਜੀ, ਕਹਿ ਸਤਿਗੁਰ ਕਰਵਾਏ ਸਾਰੀ। ਗੱਜ ਕੇ ਆਖੋ ਵਾਹਿਗੁਰੂ। ਹੁਣ ਬੀਬੀ ਵੀਰੋ ਜੀ ਚੱਲੇ ਸਨ, ਕੋਈ ਨਾ ਕੋਈ ਪਿਆਰ ਵੀ ਦੇਣਾ ਸੀਗਾ ਜੀ ਨਾਲ। ਉਹ ਸਾਰੀਆਂ ਵਸਤੂਆਂ ਦੀ ਤਿਆਰੀ ਹੋ ਰਹੀ ਹੈ ਜੀ। ਮਹਾਰਾਜ ਨੇ ਆਖਿਆ ਤਿਆਰੀਆਂ ਕਰੋ ਸਾਰੀਆਂ ਵਸਤੂਆਂ ਦੀਆਂ ਤਿਆਰੀਆਂ ਹੋਈਆਂ। ਉਧਰੋਂ ਤਿਆਰੀਆਂ ਕਰਦਿਆਂ ਕਰਦਿਆਂ ਦਿਨ ਚੜ ਗਿਆ ਜੀ। ਹਾਂਜੀ, ਇਹ ਸਾਰਾ ਕਾਰਜ ਰਾਤ ਨੂੰ ਹੀ ਹੋਇਆ ਜੀ। ਗੱਜ ਕੇ ਆਖੋ ਵਾਹਿਗੁਰੂ। ਆਨੰਦ ਕਾਰਜ ਦੀ ਜਿਹੜੀ ਮਰਿਆਦਾ ਉਹ ਤੇ ਗੁਰੂ ਸਾਹਿਬ ਨੇ ਅੰਮ੍ਰਿਤ ਵੇਲੇ ਕਰਾਈ ਜੀ। ਬਾਕੀ ਬਰਾਤ ਦਾ ਆਉਣਾ, ਸਾਰਾ ਕੁਝ ਕਰਨਾ, ਸ਼ਾਮ ਤੋਂ ਲੈ ਕੇ ਰਾਤ ਤੱਕ ਇਹ ਸਾਰਾ ਕਾਰਜ ਹੋਇਆ ਜੀ। ਹੁਣ ਤੋਰਨ ਦੀ ਤਿਆਰੀ ਕਰਦਿਆਂ ਕਰਦਿਆਂ ਮਾਤਾ ਜੀ ਨੂੰ, ਹੋਰ ਗੁਰੂ ਕੇ ਸਿੱਖਾਂ ਨੂੰ ਦਿਨ ਚੜ ਗਿਆ ਸੰਗਤ ਜੀ। ਹਾਂਜੀ, ਹੇਮ ਵਿਭੂਖਨ ਮੁਕਤਾਹਾਰ,
ਜੇਦ ਮੁਦਰੀ ਰਖੇ ਸੁਧਾਰ। ਮਾਤਾ ਜੀ ਨੇ ਆਪਣੇ ਤਨ ਤੇ ਜਿਹੜੇ ਬਸ ਉਹ ਗਹਿਣੇ ਪਾਏ ਸਨ ਉਸ ਸਮੇਂ, ਗੱਜ ਕੇ ਆਖੋ ਵਾਹਿਗੁਰੂ। ਗੱਲ ਕੀ ਜੀ, ਆਮ ਇਸਤਰੀਆਂ ਨੇ ਭੇਟਾਵਾਂ ਕੀਤੀਆਂ ਸਨ ਮਾਤਾ ਜੀ ਨੂੰ, ਹੋਰ ਗੱਲ ਕੋਈ ਨਹੀਂ ਜੀ। ਆਮ ਇਸਤਰੀਆਂ ਨੇ ਭੇਟਾਵਾਂ ਰੱਖੀਆਂ ਸੀ ਮਾਤਾ ਜੀ ਅੱਗੇ ਜੀ। ਭੇਟਾਵਾਂ ਉਹ ਜਿਹੜੀਆਂ ਕੁਝ ਭੇਟਾਵਾਂ ਆਪਣੇ ਕੋਲ ਚੇਚਾ ਰੱਖੀਆਂ ਸਨ ਨਾ, ਉਹ ਫਿਰ ਵੀਰੋ ਜੀ ਨੂੰ ਦੇਣ ਦੀਆਂ ਤਿਆਰੀਆਂ ਕਰ ਰਹੇ ਵੀ ਇਹ ਦੇ ਦਈਏ। ਹੁਣ ਹੈ ਤੇ ਸਾਰਾ ਕੁਝ ਅੰਮ੍ਰਿਤਸਰ ਸੀ, ਬਹੁਤ ਕੁਝ ਲਿਆਉਣ ਦਾ ਹੁਕਮ ਹੀ ਨਹੀਂ ਸੀ ਹੈਗਾ ਜੀ। ਮਹਾਰਾਜ ਨੇ ਤਾਂ ਕਿਹਾ ਸੀ ਹੁਣ ਉਵੇਂ ਹੀ ਆਓ ਜੀ। ਪਰ ਉਹ ਕੁਝ ਜਿਹੜੀਆਂ ਭੇਟਾਵਾਂ ਸਨ ਉਹ ਮਾਤਾ ਜੀ ਨੇ ਨਾਲ ਲਈਆਂ ਸਨ, ਉਹ ਦੇਣ ਦੀ ਤਿਆਰੀ ਕੀਤੀ ਜੀ। ਹਾਂਜੀ। ਦੀਏ ਪਟੰਬਰ ਅਰਪਸ਼ ਮੰਬਰ ਸੁੰਦਰ ਅਧਿਕ ਜ਼ਰੀ ਕੇ ਤੇ ਬੰਬਰ। ਬਹੁਤ ਸਾਰੇ ਬਸਤਰ, ਕੱਲ ਤੁਸੀਂ ਸੁਣਿਆ ਥਾਨਾਂ ਦੇ ਥਾਨ ਹੀ ਗੁਰੂ ਸਾਹਿਬ ਨੇ ਮੰਗਾਏ ਸਨ, ਉਹ ਫਿਰ ਨਾਲ ਬਸਤਰ ਵੀ ਦੇ ਕੇ ਤੋਰਿਆ। ਸਭ ਪ੍ਰਕਾਰ ਦੀਆਂ ਵਸਤੂਆਂ ਮਾਤਾ ਜੀ ਦੇਣ ਲੱਗੇ। ਪਰ ਸੰਗਤ ਜੀ, ਗੁਰਬਿਲਾਸ ਪਾਤਸ਼ਾਹੀ 6ਵੀਂ ਵਿੱਚ ਵੀ ਬਚਨ ਲਿਖਿਆ ਜੀ। ਜਦੋਂ ਤੋਰਨ ਲੱਗੇ ਤੇ ਮਾਤਾ ਦਮੋਦਰੀ ਜੀ ਸਿੱਖਿਆ ਦੇ ਰਹੇ ਜੀ ਵੀਰੋ ਜੀ ਨੂੰ, ਗੱਜ ਕੇ ਆਖੋ ਵਾਹਿਗੁਰੂ। ਉਹਨਾਂ ਲਿਖਿਆ ਵੀ ਸਿੱਖਿਆ ਵਿੱਚ ਇਹ ਬਚਨ ਆਖੇ, ਵੀਰੋ ਜੀ ਇੱਕ ਗੱਲ ਦਾ ਚੇਤਾ ਰੱਖਣਾ, ਤੁਹਾਡੇ ਪਿਤਾ ਜੀ ਦਾ ਨਾਮ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਹੈ। ਕਹਿਣ ਲੱਗੇ ਭਾਵ ਇਹ ਹੈ, ਜਿਸ ਧੀ ਨੂੰ ਆਪਣੇ ਪਿਤਾ ਦਾ ਨਾਮ ਚੇਤਾ ਰਹੇਗਾ ਨਾ ਜੀ ਸੰਗਤ ਜੀ, ਫਿਰ ਗਲਤ ਕੰਮ ਨਹੀਂ ਹੋ ਸਕਦੇ। ਇਹ ਸਿੱਖਿਆ ਦੇਣੀ ਬਹੁਤ ਜ਼ਰੂਰੀ ਹੈ। ਇਹ ਵੇਖੋ ਹੁਣ ਬੀਬੀ ਵੀਰੋ ਜੀ ਤੇ ਚਲੋ ਗੁਰੂ ਸਾਹਿਬ ਦੇ ਘਰ ਵਿੱਚ ਰਹਿੰਦੇ ਸਨ, ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਰਹੇ ਨੇ, ਸਿੱਖਿਆ ਦੀ ਲੋੜ ਤੇ ਨਹੀਂ, ਪਰ ਸਿੱਖਿਆ ਦੇਣੀ ਬਣਦੀ ਹੈ। ਮਾਨੋ ਸਾਨੂੰ ਪੂਰਨਾ ਪਾ ਕੇ ਗਏ ਹੋਣ, ਜਿਸ ਧੀ ਨੂੰ ਪਿਤਾ ਦਾ ਨਾਮ ਚੇਤਾ ਹੋਵੇ ਨਾ ਜੀ, ਉਹ ਗਲਤ ਕੰਮ ਕਰਨਾ ਮੁਸ਼ਕਲ ਹੁੰਦਾ ਜੀ। ਕਹਿਣ ਲੱਗੇ ਵੀਰੋ ਜੀ ਇੱਕ ਗੱਲ ਦਾ ਚੇਤਾ ਰੱਖਣਾ, ਤੁਹਾਡੇ ਪਿਤਾ ਦਾ ਨਾਮ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਹੈ। ਕਹਿਣ ਲੱਗੇ ਇਸ ਗੱਲ ਦਾ ਜ਼ਰੂਰ ਚੇਤਾ ਰੱਖਣਾ ਵੀਰੋ ਜੀ। ਇਸ ਗੱਲ ਦਾ ਵੀ ਚੇਤਾ ਰੱਖਣਾ, ਸਾਡੀ ਕੁੱਲ ਗੁਰੂ ਰਾਮਦਾਸ ਜੀ ਦੀ ਕੁੱਲ ਹੈ। ਕਹਿਣ ਲੱਗੇ ਇਸ ਗੱਲ ਦਾ ਚੇਤਾ ਰੱਖਣਾ। ਇਹ ਵੀ ਗੱਲ ਆਖੀ, ਕੁੱਲ ਕੀ ਰੀਤ ਚਿਤ ਮਹਿ ਧਰਨੀ, ਖੋਟੀ ਸੰਗਤ ਕਬਹੂ ਨਹਿ ਕਰਨੀ। ਇਹ ਸਾਰੀਆਂ ਸਿੱਖਿਆਵਾਂ ਦੇਣ ਵਾਲੀਆਂ ਨੇ। ਕੁੱਲ ਦੀ ਰੀਤ ਨੂੰ ਚੇਤੇ ਵਿੱਚ ਰੱਖਣਾ ਤੇ ਆਪਣੀ ਜ਼ਿੰਦਗੀ ਵਿੱਚ ਖੋਟੀ ਸੰਗਤ ਨਹੀਂ ਕਰਨੀ ਕਦੀ ਵੀ। ਸਹੁਰੇ ਪਰਿਵਾਰ ਵਿੱਚ ਜਾ ਕੇ ਨਵੇਂ ਜਾਣ ਤੇ ਨੌ ਨੂੰ ਫਿਰ ਬੜੀਆਂ ਬੀਬੀਆਂ ਆ ਕੇ ਕਈ ਪ੍ਰਕਾਰ ਦੀਆਂ ਗੱਲਾਂ ਕਰਦੀਆਂ ਜੀ। ਆਖਿਆ ਖੋਟੀ ਸੰਗਤ ਕਬਹੂ ਨਹਿ ਕਰਨੀ, ਜ਼ਿੰਦਗੀ ਵਿੱਚ ਖੋਟੀ ਸੰਗਤ ਨਹੀਂ ਕਦੀ ਕਰਨੀ। ਕਹਿਣ ਲੱਗੇ ਖੋਟੀ ਸੰਗਤ ਨਹੀਂ ਕਰਨੀ। ਔਰ ਇਹ ਨਹੀਂ ਵੀ ਕੇਵਲ ਇਸਤਰੀ ਵਾਸਤੇ ਹੀ ਹੈ, ਸਾਡੇ ਸਾਰਿਆਂ ਵਾਸਤੇ ਹੈ ਸੰਗਤ ਜੀ। ਜ਼ਿੰਦਗੀ ਜਿਉਂਦਿਆਂ ਚੇਤਾ ਰੱਖਣਾ ਵੀ ਖੋਟੀ ਸੰਗਤ ਨਾ ਕਿਤੇ ਸਾਡੇ ਕੋਲੋਂ ਹੋ ਜਾਏ ਜੀ, ਖੋਟੀ ਸੰਗਤ ਨਾ ਹੋ ਜਾਏ। ਗੁਰੂ ਕੇ ਪਿਆਰਿਆਂ ਦੀ ਸੰਗਤ ਹੋਵੇ, ਗੁਰੂ ਕੀ ਸੰਗਤ ਹੋਵੇ, ਸਾਧ ਸੰਗਤ ਹੋਵੇ, ਪਰ ਕੁਸੰਗਤ ਤੋਂ ਸੱਚੇ ਪਾਤਸ਼ਾਹ ਆਪ ਹੱਥ ਦੇ ਕੇ ਬਚਾਉਣ ਜੀ। ਕੁੱਲ ਕੀ ਰੀਤ ਚਿਤ ਮਹਿ ਧਰਨੀ, ਖੋਟੀ ਸੰਗਤ ਕਬਹੂ ਨਹਿ ਕਰਨੀ। ਫਿਰ ਮਾਤਾ ਜੀ ਕਹਿਣ ਲੱਗੇ, ਮਾਤਾ ਦਮੋਦਰੀ ਜੀ ਬੀਬੀ ਵੀਰੋ ਜੀ ਨੂੰ ਕਹਿਣ ਲੱਗੇ, ਪ੍ਰਾਤଃ ਉੱਠ ਕਰ ਮੱਜਨ ਕਰਿਓ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਿਓ। ਕਹਿਣ ਲੱਗੇ ਇਹ ਨਹੀਂ ਵੀ ਉਹ ਅੱਗੇ ਨਹੀਂ ਕਰਦੇ ਹੁੰਦੇ ਜੀ, ਪਰ ਜਾਣ ਲੱਗਿਆ ਕੁਝ ਨਾ ਕੁਝ ਦੇ ਕੇ ਤੋਰਨਾ। ਅਸਲ ਦਹੇਜ ਆ ਹੈਗਾ ਸੰਗਤ ਜੀ, ਜਿਹੜੇ ਗੁਣ ਦੇ ਕੇ ਤੋਰਨੇ ਨੇ। ਅਸਲ ਇਹ ਹੈਗਾ ਜੇ ਸਮਾਨ ਤੇ ਬੜੇ ਦੇ ਕੇ ਤੋਰਦੇ ਜੀ, ਪਰ ਗਾਂ ਜਾ ਕੇ ਵਸਣ ਵਾਲਾ ਕੋਈ ਚਾਲ ਚੱਲਣ ਹੀ ਨਹੀਂ ਹੁੰਦਾ ਜੀ। ਤੇ ਉਹ ਕੀ ਸਮਾਨ ਕੀਤਾ ਕਰੇਗਾ ਜੀ, ਦਿੱਤਾ ਕੀ ਕਰੇਗਾ ਜੀ। ਅਸਲ ਇਹ ਚੀਜ਼ ਹੈਗੀ ਹੈ ਜੀ। ਪ੍ਰਾਤଃ ਉੱਠ ਕਰ ਮੱਜਨ ਕਰਿਓ, ਪ੍ਰਾਤः ਕਾਲ ਉੱਠ ਕੇ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਿਓ। ਤੇ ਇਸ਼ਨਾਨ ਕਰਨ ਤੋਂ ਬਾਅਦ ਕੀ ਕਰਨਾ, ਗੱਜ ਕੇ ਆਖੋ ਵਾਹਿਗੁਰੂ। ਗੁਰਬਾਣੀ ਨਿਤ ਮੁਖ ਤੇ ਰਰਿਓ। ਇਹਦਾ ਭਾਵ ਸੀ ਗੁਰੂ ਕੀ ਬਾਣੀ ਨੂੰ ਨਿਤਾ ਪ੍ਰਤੀ ਮੁਖ ਤੋਂ ਉਚਾਰਨਾ ਹੈ। ਅੰਮ੍ਰਿਤ ਵੇਲੇ ਉੱਠ ਕੇ ਸਹੁਰੇ ਘਰ ਵਿੱਚ ਜਾ ਕੇ ਅੰਮ੍ਰਿਤ ਵੇਲੇ ਉੱਠਣਾ ਹੈ, ਅੰਮ੍ਰਿਤ ਵੇਲੇ ਉੱਠ ਕੇ ਗੁਰੂ ਕੀ ਬਾਣੀ ਦਾ ਪਾਠ ਕਰਨਾ। ਕਹਿਣ ਲੱਗੇ ਇਹ ਸਾਰੀ ਕੁਝ ਸਿੱਖਿਆ ਦਿੱਤੀ, ਗੱਜ ਕੇ ਆਖੋ ਵਾਹਿਗੁਰੂ। ਹੋਰ ਬੜੇ ਪ੍ਰਕਾਰ ਦੀ ਸਿੱਖਿਆ ਦਿੱਤੀ। ਗੁਰਬਿਲਾਸ ਪਾਤਸ਼ਾਹੀ 6ਵੀਂ 'ਚ ਲਿਖਿਆ ਜੀ ਕਿ ਕਿਹੜੀ ਮਾਤਾ ਦਮੋਦਰੀ ਜੀ ਨੇ ਸਿੱਖਿਆ ਦੇ ਕੇ ਤੋਰੀ। ਸਭ ਤੋਂ ਵੱਡੀ ਸਿੱਖਿਆ ਸੀ ਪਿਤਾ ਦਾ ਨਾਮ ਚੇਤਾ ਕਰਾ ਦੇਣਾ। ਪਿਤਾ ਦਾ ਨਾਮ ਚੇਤਾ ਰੱਖਿਓ, ਤੁਹਾਡੇ ਪਿਤਾ ਦਾ ਨਾਮ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਹੈ। ਕਹਿਣ ਲੱਗੇ ਗੱਜ ਕੇ ਆਖੀਏ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ।
ਤੇ ਮੇਰੀ ਬੇਨਤੀ ਹੈ ਸੰਗਤ ਜੀ, ਕੱਲਾ ਬੀਬੀ ਵੀਰੋ ਜੀ ਨੇ ਹੀ ਚੇਤਾ ਥੋੜੀ ਰੱਖਣਾ, ਅਸੀਂ ਵੀ ਗੁਰੂ ਸਾਹਿਬ ਦੇ ਬੱਚੇ ਆ, ਅਸੀਂ ਵੀ ਚੇਤਾ ਰੱਖਣਾ। ਸਾਡੇ ਪਿਤਾ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਬੱਚਾ ਉਹ ਕੰਮ ਕਰੇ ਜਿਹੜਾ ਪਿਤਾ ਨੂੰ ਚੰਗਾ ਲੱਗਦਾ ਜੀ, ਉਹ ਕੰਮ ਕਰੀਏ। ਤੇ ਪਿਤਾ ਨੂੰ ਜਿਹੜੇ ਕੰਮ ਚੰਗੇ ਲੱਗਦੇ ਬਾਹਰ ਲਿਖ ਕੇ ਲਾਏ ਨੇ ਜੀ, 52 ਹੁਕਮ ਲਿਖੇ ਸੱਚੇ ਪਾਤਸ਼ਾਹ ਨੇ। ਉਹਦੇ ਵਿੱਚ ਪਹਿਲਾ ਸੀਗਾ ਦਸਵੰਧ ਦੇਣਾ, ਕਿਰਤ ਦੀ ਕਮਾਈ ਕਰਨੀ, ਅੰਮ੍ਰਿਤ ਵੇਲੇ ਜਾਗਣਾ, ਗੁਰੂ ਕੀ ਬਾਣੀ ਨੂੰ ਪੜ੍ਹਨਾ, ਗੁਰਸਿੱਖਾਂ ਪਾਸੋਂ ਗੁਰੂ ਦੀ ਬਾਣੀ ਦੇ ਅਰਥ ਸਮਝਣੇ। ਬੜੇ ਬੜੇ ਮਹਾਰਾਜ ਮਰਿਆਦਾ ਦੱਸ ਕੇ ਗਏ ਜੀ। ਕੇਵਲ ਇਹ ਨਹੀਂ ਵੀ ਬੀਬੀ ਵੀਰੋ ਜੀ ਚੇਤਾ ਵਿੱਚ ਰੱਖਣ, ਆਪਾਂ ਵੀ ਚੇਤੇ 'ਚ ਰੱਖਣਾ ਵੀ ਸਾਡੇ ਪਿਤਾ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ। ਤੇ ਭਾਵੇਂ ਕਿਤੇ ਵੀ ਰਹੀਏ, ਕਿਸੇ ਵੀ ਧਰਤੀ ਤੇ ਰਹੀਏ, ਬਸ ਇਸ ਗੱਲ ਦਾ ਚੇਤਾ ਰੱਖਣਾ ਵੀ ਸਾਡੇ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਬਹੁਤ ਸਿੱਖਿਆਵਾਂ ਦੇ ਕੇ ਮਾਤਾ ਜੀ ਨੇ ਤੋਰਿਆ ਜੀ। ਹਾਂਜੀ, ਬਲੀ ਤੁਰੰਗ ਦਾਜ ਮੈਂ ਦੀਨੇ, ਹਾਂਜੀ। ਨੀਕੀ ਰੀਤ ਵਿਸਰਜਨ ਕੀਨੇ। ਚਲੋ ਹੋਰ ਗੁਰੂ ਸਾਹਿਬ ਕੋ ਕਈ ਪ੍ਰਕਾਰ ਦੇ ਘੋੜੇ ਸੀ, ਮਹਾਰਾਜ ਨੇ ਉਹਨਾਂ ਵਿੱਚੋਂ ਕੁਝ ਘੋੜੇ ਬਾਬਾ ਸਾਧਾ ਜੀ ਨੂੰ ਦਿੱਤੇ ਜੀ। ਲਓ ਭਾਈ ਰੱਖੋ, ਇਹ ਤਾਂ ਚਲੋ ਪ੍ਰੇਮ ਨਾਲ ਦੇ ਦਿੱਤੇ ਹੀ ਜਾਂਦੇ ਜੀ। ਪਰ ਅੱਜ ਕੱਲ ਲੜਕੇ ਨੂੰ ਆਉਂਦਾ ਵੀ ਕੁਝ ਨਹੀਂ ਹੁੰਦਾ ਤੇ ਅੱਗੋਂ ਕਾਰ ਮੰਗਦੇ ਜੀ। ਪੜਿਆ ਕੱਖ ਵੀ ਨਹੀਂ ਹੁੰਦਾ ਜੀ, ਉਹ ਪੜ੍ਹਾਈ ਕੁਛ ਵੀ ਨਹੀਂ। ਤੇ ਪੁੱਛੋ ਵੀ ਇਹਨੂੰ ਕਾਰ ਚਲਾਉਣੀ ਆਉਂਦੀ ਹੈ, ਤੇ ਕਹਿੰਦੇ ਭਾਵੇਂ ਡਰਾਈਵਰ ਰੱਖ ਲਈਏ, ਲੈਣੀ ਕਾਰ ਹੀ ਹੈ। ਚਲਾਉਣੀ ਆਉਂਦੀ ਨਹੀਂ ਤੇ ਮੰਗਦੇ ਕਾਰ 'ਚ ਜੀ। ਸੰਗਤ ਜੀ, ਵਾਹਿਗੁਰੂ ਮਿਹਰ ਹੀ ਕਰੇ, ਇਹਨਾਂ ਚੀਜ਼ਾਂ ਤੋਂ ਉੱਠੀਏ ਤਾਂ ਜੀ, ਇਹਨਾਂ ਤੋਂ ਤਾਂ ਉੱਠੀਏ। ਬੜੇ ਜ਼ਿਆਦਾ ਇਹੋ ਜਿਹੇ ਕੇਸ ਨੇ, ਅਖਬਾਰਾਂ ਭਰੀਆਂ ਪਈਆਂ ਹੁੰਦੀਆਂ, ਵਿਚਾਰੇ ਦਹੇਜ ਕਰਕੇ ਧੀਆਂ ਵਸਦੀਆਂ ਨਹੀਂ, ਆਪਣੇ ਆਪ ਨੂੰ ਉੱਥੇ ਫਾਹੇ ਲਾ ਲੈਂਦੀਆਂ ਜੀ। ਹਰ ਰੋਜ਼ ਧੀਆਂ ਨੂੰ ਤੰਗ ਕੀਤਾ ਜਾਂਦਾ ਦਹੇਜ ਦੇ ਨਾਂ ਉੱਤੇ ਜੀ, ਹਰ ਰੋਜ਼ ਜੀ। ਗਰੀਬ ਮਾਪੇ ਤੇ ਵਿਚਾਰੇ ਪੇਸੀ ਜਾਂਦੇ ਜੀ, ਸਾਰੀ ਉਮਰ ਇਹੋ ਸੋਚਦੇ ਰਹਿੰਦੇ ਵੀ ਦਾਜ ਕਿਵੇਂ ਪੂਰਾ ਕਰਨਾ। ਸਾਰੀ ਉਮਰ ਕਿਸੇ ਸਮੇਂ ਇਹ ਚੀਜ਼ਾਂ ਬੜੀ ਜ਼ਰੂਰੀ ਸਨ, ਪਰ ਅੱਜ ਕੋਈ ਲੋੜ ਨਹੀਂ ਹੈਗੀ ਇਹਨਾਂ ਦੀ, ਅੱਜ ਨਹੀਂ ਕੋਈ ਲੋੜ ਹੈਗੀ ਜੀ। ਤੇ ਗਰੀਬ ਬੰਦੇ ਵਿਚਾਰੇ ਸੋਚਦੇ ਰਹਿੰਦੇ ਨੇ। ਗਰੀਬ ਸਿੱਖ ਦੇ ਘਰ ਕਿਤੇ ਧੀ ਪੈਦਾ ਹੋ ਜੇ, ਉਹ ਇਹੋ ਗੱਲ ਹੀ ਸੋਚਦਾ ਰਹਿੰਦਾ ਵੀ ਦਾਜ ਕਿਹੜੇ ਵੇਲੇ ਪੂਰਾ ਹੋਏਗਾ ਜੀ। ਇਹਦਾ ਬਹੁਤ ਕੁਝ ਇਹੋ ਜਿਹਾ ਜਿਹੜਾ ਵੜ ਚੁੱਕਿਆ ਸਾਡੇ ਸਮਾਜ ਵਿੱਚ। ਗੱਜ ਕੇ ਆਖੋ ਵਾਹਿਗੁਰੂ। ਖੈਰ ਰਹੋ ਵਿਚਾਰ, ਗੁਰੂ ਸਾਹਿਬ ਕੋਲ ਨੇ ਘੋੜੇ ਦਿੱਤੇ ਜੀ, ਕਿਉਂ? ਇੱਕ ਤੇ ਕਮੀ ਸੀ ਕਿਸੇ ਪ੍ਰਕਾਰ ਦੀ ਗੁਰੂ ਸਾਹਿਬ ਨੂੰ, ਮਹਾਰਾਜ ਨੇ ਚਲੋ ਘੋੜੇ ਦਿੱਤੇ ਜੀ ਉਹਨਾਂ ਨੂੰ। ਹਾਂਜੀ, ਧਰਮਾ ਸੁਤ ਜੁਗ ਜੋਰੇ ਹਾਥ। ਹੁਣ ਧਰਮਾ ਜੀ ਦੇ ਸੁੱਤ ਭਾਵ ਬਾਬਾ ਸਾਧਾ ਜੀ ਨੇ, ਬਾਬਾ ਸਾਧਾ ਜੀ ਤੇ ਬਾਬਾ ਧਰਮਾ ਜੀ ਨੇ ਹੁਣ ਦੋਵਾਂ ਨੇ ਸੱਚੇ ਪਾਤਸ਼ਾਹ ਸਾਹਮਣੇ ਹੱਥ ਜੋੜੇ ਜੀ। ਚੱਲਣ ਲੱਗੇ ਨਾ ਜੀ, ਹੁਣ ਦਿਨ ਚੜ੍ਹ ਗਿਆ। ਦਿਨ ਚੜ੍ਹਦਿਆਂ ਹੀ ਸੱਚੇ ਪਾਤਸ਼ਾਹ ਨੇ ਬਰਾਤ ਤੋਰ ਦਿੱਤੀ ਸੀ ਜੀ ਵਾਪਸ। ਤੇ ਹੁਣ ਤੁਰਨ ਲੱਗੇ ਤੇ ਬਾਬਾ ਧਰਮਾ ਜੀ ਇਹ ਨਹੀਂ ਵੀ ਹੁਣ ਅਸੀਂ ਲੜਕੇ ਆਣੇ ਤੇ ਅਸੀਂ ਕਿਉਂ ਹੱਥ ਜੋੜੀਏ ਜੀ। ਲੜਕੇ ਵਾਲੇ ਨੇ ਠੀਕ ਹੈ, ਪਰ ਉਹਦੇ ਤੋਂ ਪਹਿਲਾਂ 6ਵੇਂ ਪਾਤਸ਼ਾਹ ਦੇ ਸਿੱਖ ਨੇ ਜੀ, ਤੇ ਗੁਰੂ ਹਰਗੋਬਿੰਦ ਸਾਹਿਬ ਸਾਹਮਣੇ ਹੱਥ ਜੋੜੇ ਜੀ। ਬਾਬਾ ਧਰਮਾ ਜੀ ਨੇ ਵੀ ਜੋੜੇ ਤੇ ਬਾਬਾ ਸਾਧਾ ਜੀ ਨੇ ਵੀ ਜੋੜੇ ਜੀ, ਦੋਵਾਂ ਗੁਰੂ ਕੇ ਸਿੱਖਾਂ ਨੇ। ਹਾਂਜੀ, ਨਮੋ ਕਰੀ ਪਗ ਪੰਕਜ ਨਾਥ। ਤੇ ਹੱਥ ਜੋੜ ਕੇ ਸੱਚੇ ਪਾਤਸ਼ਾਹ ਜੀ ਨੂੰ ਨਮਸਕਾਰ ਕੀਤੀ ਜੀ। ਆਪ ਜੀ ਵੀ ਹੱਥ ਜੋੜੋ ਤੇ ਆਖੋ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ। ਬਹੁਤ ਪ੍ਰੇਮ ਨਾਲ ਨਮਸਕਾਰ ਕੀਤੀ ਜੀ ਸੱਚੇ ਪਾਤਸ਼ਾਹ ਦੇ ਅੱਗੇ। ਇਥੋਂ ਤੱਕ ਬਾਬਾ ਧਰਮਾ ਜੀ ਨੇ ਵੀ ਨਮਸਕਾਰ ਕੀਤੀ ਜੀ, ਧਰਮਾ ਜੀ ਨੇ ਵੀ। ਹਾਂਜੀ, ਦੁਲਹੋ ਕੇ ਸਿਰ ਪਰ ਕਰ ਫੇਰਾ। ਮਹਾਰਾਜ ਨੇ ਦੁਲਹੇ ਦੇ ਸਿਰ ਤੇ ਭਾਵ ਬਾਬਾ ਧਰਮਾ ਜੀ ਦੇ ਸਿਰ, ਵਾਹਿਗੁਰੂ ਬਾਬਾ ਸਾਧਾ ਜੀ ਦੇ ਸਿਰ ਤੇ ਹੱਥ ਫੇਰਿਆ ਜੀ, ਇਸ ਤਰ੍ਹਾਂ ਕਰਕੇ। ਹਾਂਜੀ, ਸ਼ਕਤੀਵਾਨ ਗੁਰ ਕੀਨ ਵਡੇਰਾ। ਤੇ ਮਾਨੋ ਬੜੀਆਂ ਅਜਮਤਾਂ ਦੇ ਦਿੱਤੀਆਂ ਹੁਣ ਜੀ। ਗੁਰਮੁਖੋ ਉਦਣ ਵੀ ਬੇਨਤੀ ਕੀਤੀ ਸੀ, ਭਾਈ ਰਾਮ ਕੋਇਰ ਜੀ ਨੇ ਨਾ 10ਵੇਂ ਪਾਤਸ਼ਾਹ ਦੇ ਮੱਥੇ ਤੇ ਕਿਤੇ ਹੱਥ ਲਾ ਲਿਆ ਜੀ। ਛੋਟੇ ਸਨ, ਚਲੋ ਉਮਰ ਬਾਲਪਨ ਵਾਲੀ ਸੀ, ਗੁਰਤਾ ਗੱਦੀ ਦਾ ਤਿਲਕ ਲਾਉਣਾ ਸੀਗਾ। ਤੇ ਜਦੋਂ ਉਹਨਾਂ ਦੇ ਚਾਚਾ ਜੀ ਨੇ ਨਾ ਉਹਨਾਂ ਨੂੰ ਇਸ ਤਰ੍ਹਾਂ ਲਪੇਟ ਕੇ ਗੋਦ 'ਚ ਲੈ ਕੇ ਤੇ ਮਹਾਰਾਜ ਦੇ ਮੱਥੇ ਤੇ ਹੱਥ ਲਵਾਇਆ ਜੀ। ਪਤਾ ਨਹੀਂ ਕੈਸਾ ਪ੍ਰਕਾਸ਼ ਗੁਰੂ ਸਾਹਿਬ ਦੇ ਸਰੀਰ ਵਿੱਚੋਂ, ਕੈਸੀ ਵਾਈਬ੍ਰੇਸ਼ਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਅੰਦਰੋਂ ਨਿਕਲੀ। ਬਸ ਹੱਥ ਲਾਉਣ ਦੀ ਦੇਰ ਸੀ ਮੱਥੇ ਦੀ, ਉਸੇ ਵੇਲੇ ਇਹੋ ਜੀ ਝਰਨਾਹਟ ਸ਼੍ਰੀ ਸਰੀਰ ਵਿੱਚ ਰਾਮ ਕੋਇਰ ਜੀ ਦਾ ਸਾਰਾ ਸਰੀਰ ਨਾਮ ਦੇ ਨਾਲ ਭਰ ਗਿਆ ਜੀ। ਤੇ ਬੱਚੇ ਚਾਚਾ ਜੀ ਵੀ ਨਹੀਂ, ਉਹ ਵੀ ਲਪੇਟ ਵਿੱਚ ਆ ਗਏ ਨਾਮ ਦੀ ਜੀ। ਉਹਨਾਂ ਅੰਦਰ ਵੀ ਕਲਾ ਵਰਤ ਗਈ ਜੀ।
ਗੁਰੂ ਸਾਹਿਬ ਜੀ ਦੇ ਅੰਗਾਂ ਨੂੰ ਸਪਰਸ਼ ਹੋ ਜਾਣਾ ਜਾਂ ਮਹਾਰਾਜ ਨੇ ਹੱਥ ਰੱਖਣਾ ਬੜੀ ਵੱਡੀ ਗੱਲ ਸੀਗੀ ਜੀ ਇਹ। ਮਹਾਰਾਜ ਨੇ ਹੱਥ ਰੱਖਿਆ ਜੀ। ਭਾਈ ਸੰਤੋਖ ਸਿੰਘ ਜੀ ਲਿਖਦੇ ਬੜਾ ਸ਼ਕਤੀਵਾਨ ਬਣਾ ਦਿੱਤਾ ਹੱਥ ਰੱਖ ਕੇ ਜੀ। ਹਾਂਜੀ ਪੁੰਨ ਦਮੋਦਰੀ ਪਾਇਨ ਧਰਿਓ, ਹਾਂਜੀ ਆਸ਼ਿਕ ਬਾਖ ਬਿਲੋਕਨ ਉਚਰਿਓ। ਪੁੰਨ ਦਮੋਦਰੀ ਪਾਇਨ ਪਰਿਓ। ਫਿਰ ਬਾਬਾ ਸਾਧਾ ਜੀ ਮਾਤਾ ਦਮੋਦਰੀ ਜੀ ਨੂੰ ਨਮਸਕਾਰ ਕਰਦੇ ਜੀ, ਉਹਨਾਂ ਦੇ ਚਰਨਾਂ ਤੇ ਹੱਥ ਲਾਉਂਦੇ। ਮਾਤਾ ਦਮੋਦਰੀ ਜੀ ਨੇ ਵੀ ਆਸ਼ੀਰਵਾਦ ਦਿੱਤਾ ਜੀ। ਹਾਂਜੀ ਮਰਵਾਹੀ ਸੋ ਨਾਨਕੀ ਸਾਥ। ਮਾਤਾ ਮਰਵਾਹੀ ਜੀ, ਮਾਤਾ ਨਾਨਕੀ ਜੀ, ਇਹ ਵੀ ਗੁਰੂ ਸਾਹਿਬ ਦੇ ਮਹਿਲ ਸਨ ਜੀ। ਫਿਰ ਉਹਨਾਂ ਨੂੰ ਨਮਸਕਾਰ ਕੀਤੀ ਜੀ। ਹਾਂਜੀ ਮਿਲ ਕਰ ਪਗ ਪਰ ਟੇਕਿਓ ਮਾਥ। ਤੇ ਹੁਣ ਦੋਵਾਂ ਨੇ ਜੀ, ਬੇਬੀ ਵੀਰੋ ਜੀ ਨੇ ਤੇ ਬਾਬਾ ਸਾਧਾ ਜੀ ਨੇ ਨਮਸਕਾਰ ਕੀਤੀ ਜੀ। ਗੱਜ ਕੇ ਆਖੋ ਵਾਹਿਗੁਰੂ। ਮਾਤਾਵਾਂ ਨੇ ਸੀਸਾਂ ਦਿੱਤੀਆਂ, ਗੁਰੂ ਨਾਨਕ ਸਾਹਿਬ ਤੁਹਾਡੀਆਂ ਲੰਮੀਆਂ ਉਮਰਾਂ ਕਰਨ ਦੀ। ਇਹੋ ਸੀਸਾਂ ਦਿੱਤੀਆਂ ਜਾਂਦੀਆਂ ਨਾ ਜੀ। ਗੁਰੂ ਨਾਨਕ ਸਾਹਿਬ ਲੰਮੀਆਂ ਉਮਰਾਂ ਕਰਨ, ਵਸਦੇ ਰਹੋ। ਤੇ ਗੁਰਮੁਖੋ ਇਹ ਜੋੜੀ ਕਿੰਨੇ ਭਾਗਾਂ ਵਾਲੀ ਹੈ। ਗੱਜ ਕੇ ਆਖੋ ਵਾਹਿਗੁਰੂ। ਮੈਂ ਇਸ ਤਰ੍ਹਾਂ ਵੀ ਆਖਾਂ ਵੀ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਭੂਆ ਦਾ ਵਿਆਹ ਤੇ ਕੁਝ ਗਲਤ ਨਹੀਂ ਹੋਏਗਾ ਜੀ। ਬੀਬੀ ਵੀਰੋ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਭੂਆ ਜੀ ਨੇ। ਤੇ ਅੱਗੋਂ ਬੀਬੀ ਵੀਰੋ ਜੀ ਦੇ ਘਰ 5 ਪੁੱਤਰ ਪੈਦਾ ਹੋਣੇ ਨੇ ਜੀ। 5 ਪੁੱਤਰਾਂ ਨੇ ਜਨਮ ਲੈਣਾ। ਸੰਗੋ ਸ਼ਾਹ ਜੀ, ਮੰਗੋ ਸ਼ਾਹ ਜੀ, ਪੰਜੋ ਦੇ ਪੰਜੋ ਹੀ ਸ਼ਹੀਦ ਹੁੰਦੇ ਨੇ ਜੀ। ਸ਼ਹੀਦਾਂ ਦੀ ਮਾਂ ਹਨ ਬੀਬੀ ਵੀਰੋ ਜੀ। ਬੜਾ ਵੱਡਾ ਅੱਗੋਂ ਜਾ ਕੇ ਇਹਨਾਂ ਦਾ ਇਤਿਹਾਸ ਬਣਦਾ। ਹਾਂਜੀ ਅੱਜ ਸਾਰੇ ਹੀ ਇਸ ਜੋੜੀ ਨੂੰ ਅਸੀਸ ਦੇਂਦੇ। ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਅਸੀਸ ਦਿੱਤੀ, ਮਾਤਾ ਦਮੋਦਰੀ ਜੀ ਨੇ ਅਸੀਸ ਦਿੱਤੀ, ਮਾਤਾ ਮਰਵਾਹੀ ਜੀ ਨੇ ਅਸੀਸ ਦਿੱਤੀ, ਮਾਤਾ ਨਾਨਕੀ ਜੀ ਨੇ ਅਸੀਸ ਦਿੱਤੀ। ਬਚਨ ਆਖੇ ਤੋ ਤੁਹਾਡੀ ਲੰਮੀਆਂ ਉਮਰਾਂ ਹੋਣ, ਵਸਦੇ ਰਹੀ ਜੋੜੀ ਤੁਹਾਡੀ, ਵਸਦੀ ਰਵੇ। ਇਹੋ ਜਿਹੀਆਂ ਅਸੀਸਾਂ ਦਿੱਤੀਆਂ ਜੀ। ਹਾਂਜੀ ਸਭਨ ਦਈ ਆਸ਼ਿਕ ਮਨ ਮਾਹੀ, ਅਪਰ ਪ੍ਰਵਾਹ ਮਿਲਿਓ ਸੁਖ ਪਾਈ। ਤੇ ਸਾਰਿਆਂ ਨੇ ਮਨ ਪਾਉਂਦੀ ਅਸੀਸ ਦਿੱਤੀ, ਦਿਲੋਂ ਅਸੀਸਾਂ ਦਿੱਤੀਆਂ ਜੀ, ਦਿਲੋਂ। ਤੇ ਇਹਨਾਂ ਇਹੋ ਜਿਹੇ ਸਮਿਆਂ ਤੇ ਅਸੀਸਾਂ ਦੀ ਬਹੁਤ ਲੋੜ ਹੁੰਦੀ ਜੇ। ਕੋਸ਼ਿਸ਼ ਕਰਨੀ ਚਾਹੀਦੀ ਨਾਰਾਜ਼ ਨਾ ਕਿਸੇ ਨੂੰ ਕਰੀਏ ਤੇ ਅਸੀਸ ਲਈਏ ਦੀ ਅਸੀਸ ਦੀ। ਇਹ ਸਾਰੇ ਪੂਰਨੇ ਨੇ ਜੀ। ਮਾਤਾ ਜੀ ਨੇ, ਮਾਤਾਵਾਂ ਨੇ ਅਸੀਸ ਦਿੱਤੀ। ਜੋ ਜਿਹਦੇ ਮਨ ਵਿੱਚ ਆਉਂਦਾ ਸੀ ਉਹਨੇ ਅਸੀਸ ਦਿੱਤੀ। ਮੁਖੋਂ ਚੰਗੇ ਬੋਲ ਬੋਲੇ ਜੀ। ਹਾਂਜੀ ਸ਼੍ਰੀ ਗੁਰ ਕਹੈ ਅਨਵਾਇਓ ਡੋਰਾ, ਮੁਕਤਾ ਕੀ ਝਾਲਰ ਚਹੁ ਓਰਾ। ਗੁਰੂ ਸਾਹਿਬ ਜੀ ਨੇ ਕਿਹਾ ਵੀ ਹੁਣ ਡੋਲਾ ਚੁੱਕੋ ਕਹਿਣ ਲੱਗੇ। ਪਾਲਕੀ 'ਚ ਜਾਂਦੇ ਸਨ ਜੀ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਹਾ ਡੋਲਾ ਚੁੱਕੋ। ਗੁਰੂ ਕੇ ਸਿੱਖ ਲੱਗੇ ਜੀ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਧੀ ਨੇ, ਬੱਚੀ ਨੇ ਆਪਣੇ ਸਹੁਰੇ ਪਰਿਵਾਰ ਵਿੱਚ ਜਾਣਾ। ਗੁਰੂ ਕੇ ਸਿੱਖ ਕਹਿਣ ਲੱਗੇ ਮਹਾਰਾਜ ਡੋਲਾ ਚੁੱਕਣ ਦਾ ਹੁਕਮ ਸਾਨੂੰ ਕਰੋ ਕਹਿਣ ਲੱਗੇ। ਆਮ ਡੋਲਾ ਚੁੱਕਣ ਵਾਲੇ ਵੀ ਆਏ ਸਨ, ਜਿਹੜੇ ਪੈਸੇ ਲੈ ਕੇ ਡੋਲਾ ਚੁੱਕਦੇ ਹੁੰਦੇ ਸਨ। ਪਰ ਗੁਰੂ ਕੇ ਸਿੱਖ ਕਹਿਣ ਲੱਗੇ ਨਹੀਂ ਮਹਾਰਾਜ, ਆਪ ਜੀ ਦੀ ਧੀ ਨੇ ਜਾਣਾ। ਮਹਾਰਾਜ ਸਾਨੂੰ ਸੇਵਾ ਬਖਸ਼ੋ ਜੀ, ਸੇਵਾ ਬਖਸ਼ੋ ਜੀ। ਹਾਂਜੀ ਇਹ ਆਪਾਂ ਇਹ ਕਹਿ ਦਈਏ ਵੀ ਕੋਈ ਕਿੰਗ ਤੇ ਉਹਦੀ ਬੱਚੀ ਗਾਂ ਪ੍ਰਿੰਸੈਸ, ਹਾਂਜੀ ਰਾਜਕੁਮਾਰੀ, ਤੇ ਬੀਬੀ ਵੀਰੋ ਜੀ ਕਿਤੇ ਘੱਟ ਨੇ ਜੀ। ਗੱਜ ਕੇ ਆਖੋ ਵਾਹਿਗੁਰੂ। ਆਮ ਤੇ ਝੂਠੇ ਰਾਜਿਆਂ ਦੀਆਂ ਧੀਆਂ ਨੂੰ ਰਾਜਕੁਮਾਰੀਆਂ ਆਖੀ ਜਾਂਦੇ। ਤੇ ਬੀਬੀ ਵੀਰੋ ਜੀ ਤੇ ਸੱਚੇ ਪਾਤਸ਼ਾਹ ਉਹਨਾਂ ਦੀ ਧੀ ਹਨ। ਤੇ ਰਾਜਕੁਮਾਰੀ ਵੀ ਸੱਚੀ ਹੈ ਜੀ। ਬੀਬੀ ਵੀਰੋ ਜੀ ਸੱਚੇ ਰਾਜਕੁਮਾਰੀ ਹਨ। ਕਹਿਣ ਲੱਗੇ ਮਹਾਰਾਜ ਆਪ ਜੀ ਦੀ ਧੀ ਨੇ ਜਾਣਾ, ਡੋਲੇ ਅਸੀਂ ਲੈ ਕੇ ਜਾਣੀ। ਮਹਾਰਾਜ ਕਹਿੰਦੇ ਦੇਖ ਲਓ। ਕਹਿਣ ਲੱਗੇ ਨਹੀਂ ਮਹਾਰਾਜ ਸੇਵਾ ਬਖਸ਼ੋ। ਸਿੱਖਾਂ ਨੇ ਫਿਰ ਮਹਾਰਾਜ ਕੋਲੋਂ ਆਗਿਆ ਮੰਗੀ। ਗੁਰੂ ਸਾਹਿਬ ਨੇ ਆਗਿਆ ਦਿੱਤੀ। ਗੁਰੂ ਕੇ ਸਿੱਖਾਂ ਨੇ ਫਿਰ ਡੋਲੇ ਆਪਣੇ ਕੰਧਿਆਂ ਤੇ ਰੱਖੇ ਜੀ। ਹਾਂਜੀ ਚਾਮੀ ਕਰਕੇ ਨਗ ਬਹੁ ਜਰੇ, ਹਾਂਜੀ ਆਨ ਗੁਰੂ ਕੇ ਹਾਜ਼ਰ ਕਰੇ। ਤੇ ਉਹ ਫਿਰ ਡੋਲਾ ਐ ਇੱਕਦਮ ਗੁਰੂ ਸਾਹਿਬ ਜੀ ਦੇ ਸਾਹਮਣੇ ਆ ਗਿਆ ਜੀ। ਹਾਂਜੀ ਮਿਲਦ ਮੁਦਰੀ ਤਨੁਜਾ ਸੰਗ, ਬਹਿਓ ਬਿਲੋਚਨ ਨੀਰ ਉਮੰਗ। ਤੇ ਹੁਣ ਮਾਂ ਦੇ ਮਨ ਵਿੱਚ ਤੇ ਬੈਰਾਗ ਆ ਹੀ ਜਾਂਦਾ ਜੀ। ਗੱਜ ਕੇ ਆਖੋ ਵਾਹਿਗੁਰੂ। ਇਹ ਕੋਈ ਬਹੁਤੀ ਇਹੋ ਜੀ ਗੱਲ ਨਹੀਂ ਹੈਗੀ ਵੀ ਇਹ ਕਿਉਂ ਜੀ। ਮਾਤਾ ਜੀ, ਮਾਤਾ ਦਮੋਦਰੀ ਜੀ ਧੀ ਦਾ ਹੁਣ ਸਹੁਰੇ ਘਰ ਵਿੱਚ ਤੋਰਨਾ ਜੀ। ਨਾਜ਼ਾ ਨਾ ਪਾਲਿਆ ਹੁੰਦਾ ਜੀ। ਤੇ ਮਾਤਾ ਜੀ ਬੈਰਾਗ ਵੀ ਕਰਨ ਲੱਗ ਪਏ ਜੀ। ਬੈਰਾਗ ਵੀ ਆ ਗਿਆ ਜੀ। ਹੁਣ ਆਪਾਂ ਕਈ ਵਾਰੀ ਪਤਾ ਕੀ ਕਹਿੰਦੇ ਨੇ ਜੀ, ਗੁਰੂ ਪਰਿਵਾਰ ਨਾਲ ਇਹ ਗੱਲਾਂ ਨਾ ਜੋੜੋ। ਤੇ ਜਦੋਂ ਸਾਡੇ ਪਰਿਵਾਰ ਦੀ ਗੱਲ ਹੁੰਦੀ ਅਸੀਂ ਸਾਰਾ ਕੁਝ ਹੀ ਕਰੀ ਜਾਂਦੇ ਹਾਂ ਜੀ। ਉਦੋਂ ਸਾਰਾ ਕੁਝ ਹੀ ਕਰਦੇ ਹਾਂ। ਮਾਤਾ ਦਮੋਦਰੀ ਜੀ ਬੜਾ ਪਿਆਰ ਕਰਦੇ ਸਨ ਬੀਬੀ ਵੀਰੋ ਜੀ ਨਾਲ। ਫਿਰ 5 ਭਰਾਵਾਂ ਦੀ ਇਕੱਲੀ ਭੈਣ ਸਨ ਜੀ ਮਾਤਾ ਜੀ। ਵਾਹਿਗੁਰੂ ਬੀਬੀ ਵੀਰੋ ਜੀ
ਤੇ ਮਾਤਾ ਦਮੋਦਰੀ ਜੀ ਦੇ ਨੇਤਰਾਂ 'ਚ ਜਲ ਆਇਆ ਜੀ। ਹਾਂਜੀ, ਸਭ ਪਰਿਵਾਰ ਮਿਲਿਓ ਕਰ ਪਿਆਰ, ਅਸਵਾਸਨ ਜੁਤ ਸੀਖ ਤੇ ਉਚਾਰ। ਇਸ ਪ੍ਰਕਾਰ ਸਾਧ ਸੰਗਤ ਜੀ ਸਾਰਾ ਪਰਿਵਾਰ ਨੇ ਬੜਾ ਹੀ ਪਿਆਰ ਕੀਤਾ। ਮਾਤਾ ਮਰਵਾਹੀ ਜੀ ਵੀ ਮਿਲੇ ਗਲੇ ਲੱਗ ਕੇ, ਫਿਰ ਮਾਤਾ ਨਾਨਕੀ ਜੀ ਵੀ ਮਿਲੇ, ਬਾਬਾ ਗੁਰਦਿੱਤਾ ਜੀ ਵੀ ਨਮਸਕਾਰ ਕਰਦੇ ਜੀ, ਸਾਰਾ ਪਰਿਵਾਰ ਮਿਲਦਾ ਜੀ। ਉਥੇ ਫਿਰ ਮਾਤਾ ਦਮੋਦਰੀ ਜੀ ਕਹਿੰਦੇ ਨੇ, ਧੀਏ ਸਹੁਰੇ ਪਰਿਵਾਰ ਵਿੱਚ ਜਾ ਕੇ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਪੜ੍ਹਨੀ ਹੈ ਜੀ। ਸੰਗਤ ਜੀ ਇਹ ਵੀ ਗੱਲ ਨੌਵਾਂ ਸਿੱਖ ਲੈਣ ਤੇ ਬਹੁਤ ਹੈਗਾ ਜੀ। ਘੱਟੋ ਘੱਟ ਅੱਧੀ ਜੰਗ ਜਿਹੜੀ ਘਰਾਂ ਦੀ ਉਹ ਮੁੱਕ ਜੇ ਜੀ, ਅੱਧੀ ਜੰਗ ਮੁੱਕ ਜੇ ਜਦੋਂ ਨੌ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਪੜ੍ਹੇ ਜੀ। ਅੱਜ ਵਿਰਲੇ ਹੀ ਘਰ ਨੇ ਜਿੱਥੇ ਧੀਆਂ ਤੇ ਨੌਵਾਂ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਪੜ੍ਹ ਰਹੀਆਂ। ਮੁਸ਼ਕਲ ਹੈ, ਨਹੀਂ ਤੇ ਆਵਾਜ਼ਾਂ ਮਾਰ ਮਾਰ ਕੇ ਠਾਉਣ ਵਾਲੇ ਵੀ ਵੇਖੇ ਜੀ ਵੀ ਹੁਣ ਉੱਠ ਜਾਓ ਉੱਠ ਜਾਓ। ਤੇ ਸਾਧ ਸੰਗਤ ਜੀ ਅੱਗੇ ਵੀ ਸ਼ਾਇਦ ਬੇਨਤੀ ਕੀਤੀ ਹੋਵੇ ਵੀ ਜਦੋਂ ਆਪਾਂ ਧੀ ਨੂੰ ਤੋਰਨਾ ਘੱਟੋ ਘੱਟ ਗੁਰਬਾਣੀ ਦਾ ਗੁਟਕਾ ਸਾਹਿਬ ਜ਼ਰੂਰ ਦਿਆ ਕਰੋ, ਗੁਟਕਾ ਸਾਹਿਬ ਜ਼ਰੂਰ ਦਿਆ ਕਰੋ। ਸਾਰੇ ਲਟਰਮ ਸ਼ਟਰਮ ਦੇ ਦਿੰਦੇ, LCDਆਂ ਦੇ ਦਿੰਦੇ ਜੀ ਅੱਜ ਕੱਲ੍ਹ। ਹੁਣ LED ਤੁਰ ਪਈ, ਉਹ ਵੀ ਦੇ ਦਿੰਦੇ ਵੀ ਲੈ ਡਰਾਮੇ ਵੇਖ ਵੇਖ ਕੇ ਵਿਗੜਦੀ ਜਾ ਕੇ। ਇਹੋ ਕੁਝ ਹੀ ਹੈ ਨਾ ਜੀ, ਲੈ ਵੇਖ ਕੇ ਤੇ ਵਿਗੜੀ ਚੰਗੀ ਤਰ੍ਹਾਂ। ਤੇ ਅੱਜ ਕੱਲ੍ਹ ਤਾਂ ਸਿੱਖਿਆ ਦਿੰਦੀਆਂ ਪਤਾ ਕੀ ਜੀ, ਸੱਸ ਹੋਵੇ ਚੰਗੀ ਨਹੀਂ ਤੇ ਫੋਟੋ ਹੋਵੇ ਟੰਗੀ ਜੀ। ਇਹੋ ਜਿਹੀਆਂ ਵੀ ਗੱਲਾਂ ਕਰਦੀਆਂ, ਗੱਜ ਕੇ ਆਖੋ ਵਾਹਿਗੁਰੂ। ਵੀ ਸੱਸ ਜੇ ਹੋਵੇ ਤੇ ਚੰਗੀ ਹੋਵੇ, ਨਹੀਂ ਤੇਰੀ ਫੋਟੋ ਹੀ ਟੰਗੀ ਹੋਵੇ ਜੀ, ਭਾਵ ਨਾ ਹੋਵੇ ਜੀ। ਇਹੋ ਜਿਹੀਆਂ ਵੀ ਸਿੱਖਿਆ ਦੇਣ ਵਾਲੀਆਂ ਨੇ। ਤੇ ਇਹੋ ਜਿਹੀ ਗਾਂ ਸਿੱਖਿਆ ਦੇ ਦੀਆਂ ਵੀ ਇਹ ਸੱਖ ਅੱਖਾਂ ਵਿਖਾਊ ਤੇ ਤੂੰ ਵੇਲਣਾ ਵਿਖਾਉਣਾ ਹੀ ਅੱਗੋਂ ਜੀ। ਇਹੋ ਜਿਹੀਆਂ ਵੀ ਸਿੱਖਿਆ ਦੇਣ ਵਾਲੀਆਂ ਹੈਗੀਆਂ ਜੀ। ਉਹ ਫਿਰ ਕਿੱਥੋਂ ਵਸਣੀਆਂ ਜੀ। ਗੁਟਕਾ ਸਾਹਿਬ ਦੇ ਕੇ ਤੋਰਿਆ ਕਰੋ। ਹਾਂਜੀ, ਆਖਿਆ ਕਰੋ ਅੰਮ੍ਰਿਤ ਵੇਲੇ ਜਪਜੀ ਸਾਹਿਬ ਦਾ ਪਾਠ ਪੜ੍ਹੀ। ਜਿਸ ਘਰ ਵਿੱਚ 9 ਧੀ ਬਾਣੀ ਪੜ੍ਹਦੀਆਂ ਨਾ ਜੀ, ਉੱਥੇ ਕਲੇਸ਼ ਨਹੀਂ ਆ ਸਕਦਾ ਜੀ। ਹਾਂਜੀ, ਉਹ ਘਰ ਨਹੀਂ ਰਹਿ ਜਾਂਦਾ ਜੀ। ਜਿੱਥੇ ਬਾਣੀ ਪੜ੍ਹੀ ਜਾਵੇ ਉਹ ਘਰ ਗੁਰਦੁਆਰਾ ਸਾਹਿਬ ਬਣ ਜਾਂਦਾ ਜੀ, ਉਹ ਗੁਰੂ ਕਾ ਘਰ ਬਣ ਜਾਂਦਾ। ਤੇ ਉੱਥੇ ਕਿਸੇ ਪ੍ਰਕਾਰ ਦੀ ਕਮੀ ਨਹੀਂ ਰਹਿੰਦੀ ਜੀ, ਨਹੀਂ ਕਮੀ ਰਹਿੰਦੀ। ਧੀ ਨੂੰ ਤੋਰਨਾ ਬਹੁਤ ਵੱਡੀ ਜ਼ਿੰਮੇਵਾਰੀ ਹੈ ਤੇ ਬਹੁਤ ਕੁਝ ਉਦੋਂ ਕਹਿਣ ਤੇ ਸੁਣਨ ਨੂੰ ਮਿਲਦਾ ਜੀ। ਮਾਤਾ ਮਰਵਾਹੀ ਜੀ, ਮਾਤਾ ਨਾਨਕੀ ਜੀ, ਸਾਰੇ ਇਹੋ ਮਾਤਾਵਾਂ ਸੀਸਾਂ ਦੇ ਰਹੀਆਂ ਹਨ। ਧੀਏ ਬਾਣੀ ਜ਼ਰੂਰ ਪੜ੍ਹਨੀ ਹੈ, ਗੁਰਬਾਣੀ ਜ਼ਰੂਰ ਪੜ੍ਹਨੀ ਹੈ। ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਧੀ ਬੀਬੀ ਅਮਰੋ ਜੀ ਬਾਣੀ ਪੜ੍ਹ ਰਹੇ ਸਨ ਅੰਮ੍ਰਿਤ ਵੇਲੇ। ਕੈਸਾ ਸਮਾਂ ਹੋਏਗਾ ਜੀ, ਨਾਲ ਨਾਲ ਮਧਾਣੀ ਚੱਲਦੀ ਸੀ, ਨਾਲ ਨਾਲ ਬਾਣੀ ਚੱਲਦੀ ਸੀਗੀ ਜੀ। ਹਾਂਜੀ, ਮਨ ਮਸਬ ਜਿਹੜਾ ਸ਼ਬਦ ਉਹਨਾਂ ਨੇ ਪੜ੍ਹਿਆ ਜੀ, ਪਾਇਆ ਮਨੂਰ ਕੰਚਨ ਫਿਰ ਹੋਵੇ ਜੇ ਗੁਰ ਮਿਲੇ ਤਨੇਹਾ। ਅੰਮ੍ਰਿਤ ਵੇਲੇ ਬਾਣੀ ਪੜ੍ਹ ਰਹੇ ਸਨ ਤੇ ਉਹ ਬਾਣੀ ਦਾ ਫਿਰ ਗੁਰੂ ਅਮਰਦਾਸ ਸਾਹਿਬ ਜੀ ਨੇ ਸਰਵਣ ਕੀਤੀ ਤੇ ਉਹਨਾਂ ਨੇ ਫਿਰ ਪੁੱਛਿਆ ਵੀ ਇਹ ਬਾਣੀ ਕਿਹਦੀ ਹੈ। ਇਸ ਕਰਕੇ ਇਹ ਸਿੱਖਿਆ ਦੇਣੀ ਚਾਹੀਦੀ ਹੈ। ਮੁਸ਼ਕਲ ਹੀ ਆ ਵੀ ਕਿਤੇ ਨੌਵਾਂ ਇਕੱਠੀਆਂ ਹੋ ਕੇ ਬਾਣੀ ਪੜ੍ਹ ਰਹੀਆਂ ਹੋਣ ਜੀ। ਵਿਰਲੇ ਹੀ ਕਰਨੇ, ਸੱਚੇ ਪਾਤਸ਼ਾਹ ਕਿਰਪਾ ਕਰਨ। ਮਾਤਾ ਸਾਹਿਬ ਜੀ ਬੜੀਆਂ ਅਸੀਸਾਂ ਦੇ ਰਹੇ, ਬਾਣੀ ਜ਼ਰੂਰ ਪੜ੍ਹਨੀ ਹੈ ਕਹਿਣ ਲੱਗੇ। ਹਾਂਜੀ, ਕਰਤ ਪਿਆਰ ਡੋਰੇ ਬੈਠਾਈ। ਇਸ ਪ੍ਰਕਾਰ ਪਿਆਰ ਕਰਦਿਆਂ ਕਰਦਿਆਂ ਗੁਰੂ ਸਾਹਿਬ ਜੀ ਨੇ ਵੀ ਪਿਆਰ ਕੀਤਾ ਜੀ। ਮਹਾਰਾਜ ਸੱਚੇ ਪਾਤਸ਼ਾਹ ਪਿਤਾ ਵੀ ਨੇ ਜੀ, ਮਹਾਰਾਜ ਨੇ ਵੀ ਅਸੀਸ ਦਿੱਤੀ ਜੀ ਵੀਰੋ ਜੀ ਨੂੰ। ਅਸੀਸ ਦੇ ਕੇ ਡੋਲੇ 'ਚ ਬਿਠਾਇਆ, ਗੁਰੂ ਕੇ ਸਿੱਖਾਂ ਨੇ ਡੋਲਾ ਕੰਧੇ ਤੇ ਉਠਾਇਆ ਜੀ। ਹਾਂਜੀ, ਲਿਓ ਕਹਾਰਨ ਕੰਧ ਉਠਾਈ। ਹਾਂਜੀ, ਸਭ ਬਰਾਤ ਕੇ ਨਰਤਬ ਆਏ। ਸਾਧ ਸੰਗਤ ਜੀ ਕਹਾਰ ਤੇ ਸਿੱਖ ਬਣੇ ਸਨ ਜੀ, ਤੇ ਸਾਰੇ ਫਿਰ ਬੜੇ ਪ੍ਰੇਮ ਨਾਲ ਲੈ ਕੇ ਜਾ ਰਹੇ ਨੇ। ਹਾਂਜੀ, ਸ਼੍ਰੀ ਗੁਰ ਪਾਇਨ ਸੀਸ ਝੁਕਾਏ। ਹਾਂਜੀ, ਸਾਦਰ ਸਬਰ ਵਿਸਰਜਨ ਕਰੇ। ਗੱਜ ਕੇ ਆਖੋ ਵਾਹਿਗੁਰੂ। ਜਿੰਨੇ ਬਰਾਤੀ ਆਏ ਸਨ ਸਾਰੇ ਨਮਸਕਾਰ ਕਰਦੇ ਤੁਰ ਪਏ ਜੀ। ਗੁਰੂ ਸਾਹਿਬ ਸੀਸਾਂ ਦੇ ਕੇ ਸਾਰਿਆਂ ਨੂੰ ਤੋਰ ਰਹੇ ਜੀ। ਇਸ ਪ੍ਰਕਾਰ ਗੁਰੂ ਸਾਹਿਬ ਜੀ ਨੇ ਆਪਣੀ ਬੱਚੀ ਬੀਬੀ ਵੀਰੋ ਜੀ ਦਾ ਆਨੰਦ ਕਾਰਜ ਕੀਤਾ ਜੀ। ਕਿਸੇ ਪ੍ਰਕਾਰ ਦੀ ਵਾਧੂ ਗੱਲ ਮਿਲੀ ਜੀ, ਜਿਹੜੀ ਮਿਲੀ ਉਹ ਬਾਣੀ ਦੀ ਮਿਲੀ ਜੀ, ਗੁਰਬਾਣੀ ਦੀ ਮਿਲੀ ਜੀ। ਤੇ ਸਾਡੇ ਵਿਆਹਾਂ ਵਿੱਚ ਤੇ ਗੁਰਬਾਣੀ ਮਿਲਦੀ ਨਹੀਂ ਜੀ ਕਿਤੇ ਹੋਵੇ। ਆਨੰਦ ਕਾਰਜ ਦੇ ਸਮੇਂ ਵੀ 5 ਮਿੰਟ ਜਿਹੜੇ ਕੱਢਣੇ ਬਹੁਤ ਮੁਸ਼ਕਲ ਹੈਗੇ ਜੀ ਕੱਢਣੇ ਜੀ। ਸਤਿਗੁਰੂ ਕਿਰਪਾ ਕਰਨ, ਇਸ ਪ੍ਰਕਾਰ ਦੇ ਕਾਰਜ ਹੋਣੇ ਚਾਹੀਦੇ ਨੇ। ਹਾਂਜੀ, ਗਮਨੇ ਤਬੈ ਮੋਦ ਉਰ ਭਰੇ। ਸਾਰੇ ਖੁਸ਼ੀ ਦੇ ਨਾਲ ਤੁਰ ਪਏ ਜੀ। ਹਾਂਜੀ, ਡੋਰੇ ਪਹਰ ਬਹੁ ਧਨ ਬਰਖਾਇਓ। ਹਾਂਜੀ, ਧਰਮੇ ਮਹਾ ਆਨੰਦ ਉਰ ਪਾਇਓ। ਤੇ ਬਾਬਾ ਧਰਮਾ ਜੀ ਬਹੁਤ ਖੁਸ਼ ਨੇ। ਕਿਉਂ? ਸਾਧ ਸੰਗਤ ਜੀ ਅੱਗੇ ਤੇ ਸਿੱਖ ਬਣ ਕੇ ਆਉਂਦੇ ਹੁੰਦੇ ਸੀਗੇ,
ਅੱਜ ਜਦੋਂ ਜਾ ਰਹੇ ਨੇ ਗੁਰੂ ਸਾਹਿਬ ਜੀ ਦੀ ਧੀ ਨੌ ਬਣ ਕੇ ਜਾ ਰਹੀ ਹੈ ਜੀ। ਭਾਗ ਚੰਗੇ ਨੇ ਜੀ। ਹਾਂਜੀ ਇਮ ਕਰ ਵਿਆਹਾ ਸੁਤਾ ਕੋ ਤਬੈ, ਹਾਂਜੀ। ਫਿਰੇ ਗੁਰੂ ਬੈਠੇ ਸਭ ਸਬੈ। ਹੁਣ ਦਿਨ ਦਾ ਸਮਾਂ ਸੀ, ਬਰਾਤ ਤੋਰ ਦਿੱਤੀ ਸੱਚੇ ਪਾਤਸ਼ਾਹ ਨੇ। ਇਹ ਕਹਿ ਕਰਕੇ ਨਾ ਮਹਾਰਾਜ ਇਸ ਤਰ੍ਹਾਂ ਪਲੰਘੇ ਤੇ ਸੱਜ ਗਏ ਜੀ। ਗੱਜ ਕੇ ਆਖੋ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ। ਮਹਾਰਾਜ ਸੱਚੇ ਪਾਤਸ਼ਾਹ ਪਲੰਘੇ ਤੇ ਸੱਜ ਗਏ ਹਨ। ਹਾਂਜੀ ਵਿਧੀ ਚੰਦ ਇਮ ਬਾਕ ਬਖਾਨਾ, ਤੇ ਭਾਈ ਬਿਧੀ ਚੰਦ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦੇ ਹਜ਼ੂਰ ਆ ਕੇ ਨਾ ਜੀ ਹੱਥ ਜੋੜ ਕੇ ਗੁਰੂ ਸਾਹਿਬ ਜੀ ਨੂੰ ਫਿਰ ਬੇਨਤੀ ਕਰਦੇ ਹਨ। ਹਾਂਜੀ ਭਇਓ ਪੁਨੀਤ ਮਹਾ ਇਹ ਥਾਨਾ। ਗੱਜ ਕੇ ਆਖੋ ਵਾਹਿਗੁਰੂ। ਮਹਾਰਾਜ ਜਿਸ ਥਾਂ ਤੇ ਆਪ ਜੀ ਨੇ ਬੱਚੀ ਦੀ ਸ਼ਾਦੀ ਕੀਤੀ, ਸਤਿਕਾਰਯੋਗ ਬੀਬੀ ਵੀਰੋ ਜੀ ਦੀ ਸ਼ਾਦੀ ਕੀਤੀ, ਇਸ ਥਾਂ ਤੇ ਆਇਆ ਮਹਾਰਾਜ ਕੀਰਤਨ ਹੋਇਆ ਜਦੋਂ ਦੇ ਆਪ ਜੀ ਆਏ ਹੋ। ਇਹ ਥਾਂ ਪਵਿੱਤਰ ਹੋ ਗਈ ਸੱਚੇ ਪਾਤਸ਼ਾਹ, ਪੁਨੀਤ ਹੋ ਗਈ ਇਹ ਥਾਂ। ਹਾਂਜੀ ਰਚਿਓ ਵਿਆਹ ਕਿਤ ਭਇਓ ਸੋ ਇਹਾਂ। ਤੇ ਮਹਾਰਾਜ ਵੇਖੋ ਵਿਆਹ ਰਚਿਆ ਕਿੱਥੇ ਸੀਗਾ ਤੇ ਕਿੱਥੇ ਆ ਕੇ ਹੋਇਆ। ਮਹਾਰਾਜ ਇਹ ਘਰ ਪਵਿੱਤਰ ਹੋ ਗਿਆ, ਇਹ ਹਵੇਲੀ ਪਵਿੱਤਰ ਹੋ ਚੁੱਕੀ ਹੈ। ਹਾਂਜੀ ਕੌਣ ਲਖੈ ਤੁਮਰੀ ਗਤ ਮਹਾ। ਮਹਾਰਾਜ ਆਪ ਜੀ ਦੀ ਗਤ ਕੌਣ ਜਾਣ ਸਕਦਾ, ਤੁਹਾਡੀ ਮਹਿਮਾ ਨੂੰ ਕੌਣ ਸਮਝ ਸਕਦਾ। ਜਿੰਨੇ ਵੀ ਕਾਰਜ ਨੇ ਸਾਰੇ ਤੁਸੀਂ ਆਪ ਹੀ ਸੰਪੂਰਨ ਕਰਵਾਏ ਹਨ। ਹਾਂਜੀ ਸੁਨ ਗੁਰ ਕਹਿਓ ਸਮਾਂ ਜਬ ਆਏ। ਗੱਜ ਕੇ ਆਖੋ ਵਾਹਿਗੁਰੂ। ਤੇ ਮਹਾਰਾਜ ਇਸ ਸਥਾਨ ਤੇ ਯਾਦਗਾਰ ਬਣਨੀ ਚਾਹੀਦੀ ਹੈ। ਹਾਂਜੀ ਵੇਖੋ ਜਿਸ ਸਥਾਨ ਤੇ ਗੁਰੂ ਸਾਹਿਬ ਬੈਠੇ ਹੋਣ ਉੱਥੇ ਅੱਜ ਵੀ ਉਹ ਪਵਿੱਤਰ ਕਿਰਨਾਂ ਹੈਗੀਆਂ ਜੀ। ਜਾ ਕੇ ਮਹਿਸੂਸ ਕਰਿਆ ਕਰੋ। ਤੇ ਭਾਈ ਬਿਧੀ ਚੰਦ ਜੀ ਸਾਡਾ ਹੀ ਭਲਾ ਸੋਚਣ ਦੇ ਜੀ ਸੰਗਤਾਂ ਦਾ। ਹੱਥ ਜੋੜ ਕੇ ਕਹਿਣ ਲੱਗੇ ਮਹਾਰਾਜ ਇਸ ਸਥਾਨ ਨੂੰ ਯਾਦਗਾਰ ਬਣਨਾ ਚਾਹੀਦਾ ਜੀ, ਤਾਂ ਕਿ ਆਉਣ ਵਾਲੇ ਸਮੇਂ ਵਿੱਚ ਸਿੱਖ ਸੰਗਤਾਂ ਆਉਣ ਇੱਥੇ। ਤੇ ਗੁਰੂ ਸਾਹਿਬ ਮਹਾਰਾਜ ਫਿਰ ਭਾਈ ਬਿਧੀ ਚੰਦ ਜੀ ਨੂੰ ਕਹਿਣ ਲੱਗੇ ਬਿਧੀ ਚੰਦ ਜੀ ਜਦੋਂ ਸਮਾਂ ਆਏਗਾ ਨਾ, ਹਾਂਜੀ ਇਹਾਂ ਥਾਨ ਹਮਰੋ ਬਨ ਜਾਏ। ਗੱਜ ਕੇ ਆਖੋ ਵਾਹਿਗੁਰੂ। ਇੱਥੇ ਆਪੇ ਹੀ ਗੁਰੂ ਘਰ ਬਣ ਜਾਏਗਾ, ਕਹਿਣ ਲੱਗੇ ਆਪੇ ਗੁਰੂ ਘਰ ਬਣ ਜਾਏਗਾ। ਤੇ ਸੰਗਤ ਜੀ ਅੱਜ ਉਸ ਸਥਾਨ ਤੇ ਗੁਰੂ ਘਰ ਬਣਿਆ ਹੋਇਆ ਜੀ ਚਬਾਲ ਦੇ ਵਿੱਚ ਜੀ, ਜਿੱਥੇ ਬੀਬੀ ਵੀਰੋ ਜੀ ਦਾ ਆਨੰਦ ਕਾਰਜ ਹੋਇਆ ਜੀ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਸਮਾਂ ਆਏਗਾ ਇੱਥੇ ਆਪੇ ਹੀ ਸਥਾਨ ਬਣ ਜਾਏਗਾ। ਹਾਂਜੀ ਪੂਜੈ ਸਿੱਖ ਸੰਤ ਸਿਰ ਨਿਵਾਏ। ਇੱਥੇ ਗੁਰੂ ਕੇ ਸਿੱਖ ਆ ਕੇ ਨਮਸਕਾਰਾਂ ਕਰਿਆ ਕਰਨਗੇ। ਪੂਜੈ ਹੈ ਸਿੱਖ ਸੰਤ ਸਿਰ ਨਿਵਾਵੈ, ਇੱਥੇ ਆ ਕੇ ਮੱਥਾ ਟੇਕਿਆ ਕਰਨਗੇ, ਕਹਿਣ ਲੱਗੇ। ਹਾਂਜੀ ਮਨ ਬਾਂਸ਼ਤ ਫਲ ਗ੍ਰਹਸਤੀ ਪਾਏ। ਗੱਜ ਕੇ ਆਖੋ ਵਾਹਿਗੁਰੂ। ਇੱਕ ਹੋਰ ਬੜੀ ਗੱਲ ਕੀਤੀ ਜੀ। ਵੇਖੋ ਗੁਰੂ ਸਾਹਿਬ ਸਾਡੇ ਵਾਸਤੇ ਕਿੰਨਾ ਭਲਾ ਕਰ ਗਏ ਜੀ, ਬੜਾ ਭਲਾ ਕਰ ਗਏ ਗੁਰੂ ਸਾਹਿਬ। ਹੁਣ ਵੀ ਕਰ ਰਹੇ ਨੇ ਪਰ ਬਹੁਤ ਸੌਖਾ ਸੌਖਾ ਕੰਮ ਕਰ ਗਏ ਜੀ। ਮਹਾਰਾਜ ਕਹਿਣ ਲੱਗੇ ਗ੍ਰਸਤੀ ਬੰਦਾ ਇੱਥੇ ਆ ਕੇ ਜੋ ਮੰਗੇਗਾ ਉਹਨੂੰ ਮਿਲੇਗਾ, ਕਹਿਣ ਲੱਗੇ। ਹਾਂਜੀ ਕਿੱਡਾ ਵੱਡਾ ਗ੍ਰਸਤੀਆਂ ਵਾਸਤੇ ਮਹਾਰਾਜ ਬਚਨ ਕਰ ਗਏ ਜੀ, ਜੋ ਮੰਗੇਗਾ ਮਿਲੇਗਾ। ਫਿਰ ਇੱਕ ਉੱਥੇ ਤੇ ਇਹ ਗੱਲ ਲਿਖੀ ਹੈ ਵੀ ਜਿਹਦਾ ਵਿਆਹ ਨਾ ਹੁੰਦਾ ਹੋਵੇ ਉਹ ਅਰਦਾਸ ਕਰੇ, ਉਹਦਾ ਇਹ ਵੀ ਕਾਰਜ ਹੋ ਜਾਏਗਾ ਜੀ, ਇਹ ਵੀ ਕਾਰਜ ਹੋ ਜਾਏਗਾ। ਕਿਉਂ ਗੁਰੂ ਸਾਹਿਬ ਨੂੰ ਸਾਰੇ ਸਿੱਖਾਂ ਦਾ ਪਤਾ ਹੈਗਾ ਜੀ, ਸਭ ਪ੍ਰਕਾਰ ਦੇ ਮਨੁੱਖਾਂ ਦਾ ਪਤਾ ਆਉਣ ਵਾਲੇ ਸਮੇਂ ਵਿੱਚ ਕਿਹਨੂੰ ਕਿਹਨੂੰ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਹੈਗੀਆਂ ਜੀ। ਮਹਾਰਾਜ ਕਹਿੰਦੇ ਇੱਥੇ ਗ੍ਰਸਤੀ ਦਾ ਬੜਾ ਵੱਡਾ ਫਲ ਮਿਲਿਆ ਕਰੇਗਾ, ਕਹਿਣ ਲੱਗੇ। ਹਾਂਜੀ ਜੇਸ਼ਟ ਕੀ 26ਵੀਂ ਮਾਹੇ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੇਠ ਮਹੀਨੇ ਦੀ 26 ਤਰੀਕ 26 ਜੇਠ ਨੂੰ ਆਨੰਦ ਕਾਰਜ ਹੋਇਆ ਸੀ ਨਾ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਕਹਿ ਰਹੇ ਨੇ, ਮਹਾਰਾਜ ਕਹਿੰਦੇ 26 ਜੇਠ ਨੂੰ ਜਿਹੜਾ ਆ ਕੇ ਇੱਥੇ ਨਮਸਕਾਰ ਕਰੇਗਾ, ਹਾਂਜੀ ਦਰਸੈ ਆਏ ਅਧਿਕ ਫਲ ਪਾਏ। ਉਹ ਤਾਂ ਤੇ ਹਰ ਰੋਜ਼ ਹੀ ਦਰਸ਼ਨਾਂ ਦਾ ਫਲ ਹੋਏਗਾ। ਧਿਆਨ ਨਾਲ ਸੁਣਿਓ, ਗੱਜ ਕੇ ਆਖੋ ਵਾਹਿਗੁਰੂ। ਭਾਈ ਸੰਤੋਖ ਸਿੰਘ ਜੀ ਲਿਖ ਰਹੇ ਨੇ, ਉਹ ਕਹਿੰਦੇ ਉਹ ਤਾਂ ਤੇ ਹਰ ਰੋਜ਼ ਹੀ ਫਲ ਹੋਏਗਾ, ਪਰ 26 ਜੇਠ ਨੂੰ ਤੇ ਵਿਸ਼ੇਸ਼ ਕਿਰਪਾ ਵਰਤਿਆ ਕਰੇਗੀ, ਕਹਿਣ ਲੱਗੇ। 26 ਜੇਠ ਨੂੰ ਜਿਹੜਾ ਆਇਆ ਕਰੇਗਾ ਉਹਦੀ ਅਰਦਾਸ ਤਤਕਾਲ ਹੀ ਪੂਰੀ ਹੋਏਗੀ 26 ਜੇਠ ਨੂੰ। ਹਾਂਜੀ ਸੰਮਤ ਸੋਰੈ ਸਹਸ 79। ਹਾਂਜੀ ਸੁਤਾ ਵਿਆਹ ਕਹੇ ਗੁਰ ਅਵਿਨਾਸੀ। 26 ਜੇਠ ਹੈ ਸੰਮਤ 1679 ਸੰਮਤ ਜੀ। ਉਦੋਂ ਗੁਰੂ ਸਾਹਿਬ ਜੀ ਨੇ ਆਪਣੀ ਧੀ ਬੀਬੀ ਵੀਰੋ ਜੀ ਦਾ ਉੱਥੇ ਆਨੰਦ ਕਾਰਜ ਕੀਤਾ ਸੀਗਾ। ਅੱਜ ਵੀ 26 ਜੇਠ ਵਾਲੇ ਦਿਨ ਉੱਥੇ ਬੜਾ ਵੱਡਾ ਮੇਲਾ ਲੱਗਦਾ ਜੀ। 26 ਜੇਠ ਵਾਲੇ ਦਿਨ ਲੋਹਗੜ੍ਹ ਸਾਹਿਬ ਵਿੱਚ ਵੀ ਸਮਾਗਮ ਹੁੰਦਾ ਤੇ 26 ਜੇਠ ਵਾਲੇ ਦਿਨ ਝਬਾਲ ਉਸ ਗੁਰੂ ਘਰ ਵਿੱਚ ਵੀ ਸਮਾਗਮ ਹੁੰਦਾ ਜੀ। ਲੋਹਗੜ੍ਹ ਵਿੱਚ
ਉਸ ਦਿਨ ਸਮਾਗਮ ਮਨਾਇਆ ਜਾਂਦਾ, ਪਹਿਲੀ ਜੰਗ ਪਹਿਲੀ ਫਤਿਹ ਦੀ। ਤੇ ਉਧਰ 26 ਜੇਠ ਨੂੰ ਉਧਰ ਵੀ ਬੜੇ ਆਨੰਦ ਬਣੇ ਹੁੰਦੇ ਜੀ। ਹਾਂਜੀ ਸਭ ਕਾਰਜ ਕਰ ਇਸੀ ਪ੍ਰਕਾਰ, ਹਾਂਜੀ। ਥਿਰੇ ਕੁਸ਼ਕ ਜਿਤ ਨਿਜ ਪਰਿਵਾਰ। ਇਸ ਪ੍ਰਕਾਰ ਸੱਚੇ ਪਾਤਸ਼ਾਹ ਸਾਰੇ ਕਾਰਜ ਕਰਕੇ ਕੁਝ ਦਿਨ ਉੱਥੇ ਰਹੇ ਜੀ, ਕੁਝ ਦਿਨ ਉੱਥੇ ਰਹੇ ਤੇ ਵੇਖ ਲਓ ਉਸ ਸਥਾਨ ਨੂੰ ਵੀ ਮਹਾਨ ਕਰ ਗਏ ਜੀ, ਮਹਾਨ ਕਰ ਗਏ ਸੱਚੇ ਪਾਤਸ਼ਾਹ ਉਸ ਸਥਾਨ ਨੂੰ। ਪਿੱਛੇ ਜੇ ਕੋਈ ਫੋਨ ਆਇਆ ਸੀ, ਉਹ ਚੇਚਾ ਪੁੱਛਦੇ ਸੀ ਵੀ ਇਹੋ ਜਿਹਾ ਕੋਈ ਗੁਰਦੁਆਰਾ ਤੇ ਸਾਨੂੰ ਦੱਸੋ ਵੀ ਕਿਹੜਾ ਹੈਗਾ ਜੀ। ਹੈ ਇਹੋ ਜਿਹਾ ਹੀ ਆ, ਉਹਨੂੰ ਮਹਾਰਾਜ ਦਾ ਬਚਨ ਵੀ ਮਿਲਿਆ ਹੋਇਆ ਜੀ। ਉਹ ਫਿਰ ਪੋਥੀ ਪੜ੍ਹ ਕੇ ਸਾਰਾ ਕੁਝ ਪੜ੍ਹ ਕੇ ਪਤਾ ਲੱਗਾ ਵੀ ਇਹ ਉਹ ਗੁਰਦੁਆਰਾ ਸਾਹਿਬ ਹੈ, ਇਹ ਉਹ ਅਸਥਾਨ ਹੈ। ਤੇ ਅੱਗੇ ਵੀ ਬੇਨਤੀ ਕੀਤੀ ਵੀ ਇਹ ਜਿਹੜੇ ਅਸਥਾਨ ਨੇ ਇਹਨਾਂ ਤੇ ਕਿਰਪਾ ਵਰਤਦੀ ਹੈ। ਜਾ ਕੇ ਉਸੇ ਭਾਵਨਾ ਨਾਲ ਅਰਦਾਸ ਕਰੋ, ਗੁਰੂ ਸਾਹਿਬ ਸਾਡੇ ਵਾਸਤੇ ਹੀ ਇਹ ਅਸਥਾਨ ਬਣਾ ਕੇ ਗਏ ਨੇ ਜੀ। ਭਾਈ ਬਿਧੀ ਚੰਦ ਜੀ ਨੇ ਆਖਿਆ ਸੀ ਨਾ, ਮਹਾਰਾਜ ਇੱਥੇ ਯਾਦਗਾਰ ਬਣਨੀ ਚਾਹੀਦੀ ਹੈ। ਇਹ ਅਸਥਾਨ ਮਹਾਨ ਹੋ ਗਿਆ ਤੇ ਗੁਰੂ ਸਾਹਿਬ ਨੇ ਉਹ ਕਾਰਜ ਪੂਰਾ ਕਰਤਾ ਜੀ। ਹਾਂਜੀ ਵਸਤ ਸੰਭਾਰ ਸਰਬ ਤੇ ਸਥਾਨ, ਹਾਂਜੀ। ਨਿਜ ਨਿਜ ਕਾਰ ਭਏ ਸਵਧਾਨ। ਸਾਰੀਆਂ ਫਿਰ ਵਿਆਹ ਦੀਆਂ ਵਸਤੂਆਂ ਇੱਕ ਪਾਸੇ ਸਾਂਭ ਦਿੱਤੀਆਂ ਗਈਆਂ, ਸਾਰੇ ਗੁਰੂ ਕੇ ਸਿੱਖ ਆਪਣੇ ਆਪਣੇ ਕਾਰਜਾਂ ਵਿੱਚ ਲੱਗ ਗਏ ਜੀ। ਹਾਂਜੀ ਸੁਭਾਟ ਸਨਦ ਬਦ ਥਿਰ ਰਹੇ, ਹਾਂਜੀ। ਪੁਨੈ ਅਰੂਡਨ ਕੋ ਚਿਤ ਚਹੈ। ਹੁਣ ਗੁਰੂ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੱਗੋਂ ਗੋਂਦਵਾਲ ਸਾਹਿਬ ਜਾਣਾ ਸੀ, ਗੱਜ ਕੇ ਆਖੋ ਵਾਹਿਗੁਰੂ। ਉਧਰੋਂ ਕਰਤਾਰਪੁਰ ਸਾਹਿਬ ਕੌਲਾਂ ਜੀ ਨੂੰ ਵੀ ਟਿਕਾਇਆ ਹੋਇਆ ਜੀ। ਕੌਲਾਂ ਜੀ ਨੂੰ ਆਖਿਆ ਸੀ ਉਹਨਾਂ ਚਿਰ ਤੱਕ ਨਹੀਂ ਜਾਣਾ ਕਿਤੇ ਜਿੰਨਾ ਚਿਰ ਤੱਕ ਅਸੀਂ ਆਵਾਂਗੇ ਨਾ। ਉਧਰੋਂ ਕਰਤਾਰਪੁਰ ਸਾਹਿਬ ਉਹ ਵੀ ਉਡੀਕ ਰਹੇ ਨੇ। ਇਧਰੋਂ ਫਿਰ ਗੁਰੂ ਸਾਹਿਬ ਜੀ ਨੇ ਚੱਲਣ ਦੀ ਤਿਆਰੀ ਕੀਤੀ ਜੀ। ਹਾਂਜੀ ਸਯੰਦਨ ਡੋਰੇ ਸਭ ਕਰ ਤਿਆਰ, ਸਭ ਪਰਿਵਾਰ ਭਏ ਅਸਵਾਰ। ਰੱਥ ਡੋਲੇ ਸਾਰਾ ਕੁਝ ਤਿਆਰ ਕੀਤਾ ਗਿਆ। ਮਾਤਾਵਾਂ ਗੁਰੂ ਕੇ ਸਾਹਿਬਜ਼ਾਦੇ ਸਾਰੇ ਰੱਥਾਂ ਤੇ ਸੱਜ ਗਏ ਜੀ। ਹਾਂਜੀ ਆਪਣੇ ਤੇ ਆਗੇ ਕਰ ਤੋਰੇ, ਤਰਨ ਤਰਨ ਸੋ ਤੀਰਥ ਓਰੇ। ਗੱਜ ਕੇ ਆਖੋ ਵਾਹਿਗੁਰੂ। ਗੁਰੂ ਸਾਹਿਬ ਨੇ ਆਪਣੇ ਤੋਂ ਅੱਗੇ ਮਾਤਾਵਾਂ ਨੂੰ ਲਾਇਆ ਜੀ, ਆਪਣੇ ਤੋਂ ਅੱਗੇ। ਉਧਰੋਂ ਸਾਹਿਬਜ਼ਾਦੇ ਵੀ ਅੱਗੇ ਅੱਗੇ ਜੀ। ਤੇ ਮਹਾਰਾਜ ਨੇ ਕਿਹਾ ਪਹਿਲਾਂ ਲਾਗੇ ਤਰਨ ਤਾਰਨ ਸਾਹਿਬ ਅਸਥਾਨ ਹੈ ਜੀ, ਸ੍ਰੀ ਦਰਬਾਰ ਸਾਹਿਬ ਝਬਾਲ ਤੋਂ ਨੇੜੇ ਹੀ ਹੈ ਨਾ ਜੀ। ਮਹਾਰਾਜ ਨੇ ਮਾਤਾਵਾਂ ਨੂੰ ਆਖਿਆ ਵੀ ਚਲੋ ਉੱਥੇ ਚੱਲ ਕੇ ਸ਼ੁਕਰਾਨੇ ਦੀ ਅਰਦਾਸ ਕਰਕੇ ਆਈਏ। ਕਹਿਣ ਲੱਗੇ ਇਹ ਬਹੁਤ ਜ਼ਰੂਰੀ ਤੇ ਕਾਰਜ, ਇੱਕ ਆਰੰਭਤਾ ਦੀ ਅਰਦਾਸ, ਇੱਕ ਸ਼ੁਕਰਾਨੇ ਦੀ ਅਰਦਾਸ ਜੀ। ਇਹ ਬਹੁਤ ਜ਼ਰੂਰੀ ਹੈ। ਕਾਰਜ ਆਰੰਭ ਕਰਨਾ ਤਾਂ ਵੀ ਅਰਦਾਸ, ਤੇ ਕਾਰਜ ਸੰਪੂਰਨ ਹੋ ਗਿਆ ਤਾਂ ਵੀ ਅਰਦਾਸ ਜੀ। ਮਹਾਰਾਜ ਕਹਿਣ ਲੱਗੇ ਚਲੋ ਅਰਦਾਸ ਕਰੀਏ ਚੱਲ ਕੇ। ਹਾਂਜੀ ਪੰਚੋਂ ਸਾਹਿਬਜ਼ਾਦੇ ਸੰਗ, ਹਾਂਜੀ। ਤੀਨੋਂ ਗੁਰ ਮਹਿਲਾ ਮਨ ਭੰਗ। ਪੰਜੋ ਹੀ ਸਾਹਿਬਜ਼ਾਦੇ ਤਿੰਨੋਂ ਹੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮਹਿਲ ਨਾਲ ਹਨ। ਹਾਂਜੀ ਸੁਖ ਸੋ ਬਸਤ ਆਪਣੇ ਧਾਮ, ਆਏ ਤਿਆਗ ਸਮਾਜ ਤਮਾਮ। ਸੋ ਇਸ ਪ੍ਰਕਾਰ ਪਹਿਲਾਂ ਤੇ ਗੁਰੂ ਕੇ ਮਹਿਲ ਵਿੱਚ ਰਹਿ ਰਹੇ ਸਨ, ਪਰ ਹੁਣ ਸਾਰਾ ਕੁਝ ਤਿਆਗ ਕੇ ਗੁਰੂ ਸਾਹਿਬ ਜੀ ਦੇ ਨਾਲ ਨਾਲ ਹੀ ਹਨ ਜੀ, ਜਿੱਧਰ ਜਿੱਧਰ ਸੱਚੇ ਪਾਤਸ਼ਾਹ ਜਾ ਰਹੇ ਹਨ। ਹਾਂਜੀ ਥੋਰੀ ਬਾਤ ਬਾਜ਼ ਕੀ ਤਹਾਂ, ਹਾਂਜੀ। ਕੀਨ ਬਿਗਾਰਨ ਕਾਰਜ ਮਹਾ। ਹਾਂਜੀ ਸੋ ਕਹਿ ਸਕਹਿ ਤਿਨੋ ਅਗਾਰੀ, ਤੂਰਨ ਫਲਹਿ ਗਿਰਾ ਉਚਾਰੀ। ਤੇ ਸਾਧ ਸੰਗਤ ਜੀ ਇਸ ਪ੍ਰਕਾਰ ਮਾਤਾ ਜੀ ਹਿਰਦੇ ਵਿੱਚ ਵਿਚਾਰ ਕਰਦੇ ਵੀ ਜੇ ਮੇਰੇ ਕੋਲੋਂ ਉਦੋਂ ਬਚਨ ਨਾ ਹੁੰਦਾ, ਉਧਰੋਂ ਬਾਜ ਵਾਲਾ ਕੰਮ ਨਾ ਹੁੰਦਾ। ਇਹ ਬਾਜ ਤੇ ਬਹਾਨਾ ਹੀ ਸੀ, ਤੋੜਨਾ ਤੇ ਉਹਦਾ ਹੰਕਾਰ ਸੀ, ਪਰ ਉਹ ਕਾਰਜ ਨਾ ਹੁੰਦਾ ਤੇ ਅਸੀਂ ਗੁਰੂ ਕੇ ਮਹਿਲ ਵਿੱਚ ਬੈਠੇ ਹੋਣਾ ਹੈਗਾ ਜੀ। ਪਰ ਸੰਗਤ ਜੀ ਇਹ ਵੀ ਜੋ ਵਾਹਿਗੁਰੂ ਜੀ ਕਰ ਰਹੇ ਨੇ ਠੀਕ ਹੈ ਜੀ। ਇਹ ਗੱਲ ਤੇ ਗੁਰੂ ਸਾਹਿਬ ਨੇ ਆਪਣੇ ਪਰਿਵਾਰ ਵਿੱਚ ਵਰਤਾ ਕੇ ਸਾਨੂੰ ਦੱਸੀ ਜੀ। ਪਰਿਵਾਰ ਵਿੱਚ ਵਰਤਾ ਕੇ ਵੀ ਰੱਬ ਦੇ ਭਾਣੇ ਨੂੰ ਬੁਰਾ ਨਹੀਂ ਕਹਿਣਾ ਜੀ, ਜੋ ਹੋ ਰਿਹਾ ਠੀਕ ਹੈ ਜੀ। ਆਮ ਤੌਰ ਤੇ ਜਦੋਂ ਕਿਸੇ ਧੀ ਦਾ ਆਨੰਦ ਕਾਰਜ ਹੁੰਦਾ ਤੇ ਸਾਡੇ ਗਿਆਨੀ ਇਹ ਤਿੰਨ ਪੱਬੇ ਬੜੇ ਦ੍ਰਿੜ ਕਰਾਉਂਦੇ ਜੀ। ਪੱਬਾ ਭੁੱਲੀ ਜੀ, ਪੱਬਾ ਭਲਾ ਜੀ, ਪੱਬਾ ਪਾਣਾ ਜੀ, ਪਾਣਾ ਜੀ। ਇਹਨਾਂ ਤਿੰਨਾਂ ਚੀਜ਼ਾਂ ਨੂੰ ਚੇਤਾ ਰੱਖਣਾ ਸਾਰੀ ਜ਼ਿੰਦਗੀ। ਸੱਚੇ ਪਾਤਸ਼ਾਹ ਕਿਰਪਾ ਕਰਨ, ਦਇਆ ਕਰਨ। ਹੁਣ ਗੁਰੂ ਸਾਹਿਬ ਤਰਨ ਤਾਰਨ ਸਾਹਿਬ ਨਮਸਕਾਰ ਕਰਕੇ ਗੋਇੰਦਵਾਲ ਸਾਹਿਬ ਜਾਂਦੇ ਨੇ। ਅੱਗੋਂ ਜਿਸ ਜਿਸ ਤਰੀਕੇ ਨਾਲ ਗੁਰੂ ਸਾਹਿਬ ਗੁਰੂ ਘਰਾਂ ਵਿੱਚ ਜਾ ਕੇ ਨਮਸਕਾਰ ਕਰਦੇ ਨੇ, ਉਹ ਵੀ ਤਰੀਕਾ ਸੁਣਨ ਵਾਲਾ ਜੀ। ਗੱਜ ਕੇ ਆਖੋ ਵਾਹਿਗੁਰੂ। ਸੱਚੀ ਗੱਲ 'ਚ ਗੁਰੂ ਘਰਾਂ ਵਿੱਚ ਜਾ ਕੇ ਤੇ ਮਾਫ ਕਰਿਓ, ਬਹੁਤ ਸਾਰਿਆਂ ਨੂੰ ਇਹ ਵੀ ਨਹੀਂ ਪਤਾ ਵੀ ਕਿਵੇਂ ਗੁਰੂ ਘਰ ਵਿੱਚ ਜਾ ਕੇ ਨਮਸਕਾਰ ਕਰਨੀ ਹੈ ਜੀ।
ਸਹਿਤ ਮਰਿਆਦਾ ਦੇ ਸਾਰਾ ਕਾਰਜ ਗੁਰੂ ਸਾਹਿਬ ਨੇ ਕਰਨਾ। ਗੋਇੰਦਵਾਲ ਸਾਹਿਬ ਜਿਵੇਂ ਜਾਣਾ, ਹੁਣ ਕਿੰਤੂ ਪਰੰਤੂ ਵਾਲੇ ਵੀ ਬੜੇ ਹੋ ਗਏ ਜੀ। ਆਹੇ ਜੀ ਇਹ ਜਿਹੜੀਆਂ 84 ਪੌੜੀਆਂ ਐਵੇਂ ਗੱਲਾਂ ਹੀ ਨੇ, ਹਵਾ ਦੀਆਂ ਹੀ ਗੱਲਾਂ ਨੇ, ਹਵਾ ਦੀਆਂ ਹੀ ਗੱਲਾਂ ਨੇ। ਸਾਰਾ ਕੁਝ ਪਤਾ ਲੱਗ ਜਾਏਗਾ ਜਦੋਂ ਜਾ ਕੇ ਮਹਾਰਾਜ ਨੇ ਉਹਨਾਂ ਦੀ ਕਥਾ ਕਰਨੀ 84 ਪੌੜੀਆਂ ਦੀ। ਹਾਂਜੀ, ਸਾਰਾ ਕੁਝ ਅੱਗੋਂ ਪ੍ਰੇਮ ਸਹਿਤ ਸਰਵਣ ਕਰਾਂਗੇ। ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸਾਡੇ ਤੇ ਕਿਰਪਾ ਕਰਨ, ਦਇਆ ਕਰਨ, ਮਿਹਰ ਕਰਨ। ਸੱਚੇ ਪਾਤਸ਼ਾਹ ਗੁਰੂ ਸਾਹਿਬ ਜੀ ਦੀ ਸਿਫਤ ਸਾਡੇ ਹਿਰਦੇ ਵਿੱਚ ਵਸ ਸਕੇ। ਬਹੁਤ ਪ੍ਰੇਮ ਦੇ ਨਾਲ ਸਾਰੀ ਸੰਗਤ ਹੁਣ ਕੁਝ ਸਮਾਂ ਵਾਹਿਗੁਰੂ ਸ਼ਬਦ ਦਾ ਅਭਿਆਸ ਕਰੀਏ ਜੀ, ਤੇ ਗੁਰੂ ਸਾਹਿਬ ਜੀ ਨੂੰ ਆਖੀਏ, ਗੱਜ ਕੇ ਆਖੋ ਵਾਹਿਗੁਰੂ। ਗੁਰੂ ਸਾਹਿਬ ਜੀ ਨੂੰ ਬੇਨਤੀ ਕਰੀਏ, ਸੱਚੇ ਪਾਤਸ਼ਾਹ ਬਾਰੀ ਵਿਆਹ ਤੇ ਬੜੇ ਹੀ ਹੋ ਰਹੇ ਨੇ, ਬੜੇ ਹੋ ਰਹੇ ਨੇ। ਪਹਿਲਾਂ ਵੀ ਬੜੀ ਵਾਰੀ ਬੇਨਤੀ ਕੀਤੀ ਹੈ। 3 ਪ੍ਰਕਾਰ ਦੇ ਵਿਆਹ ਨੇ। ਇੱਕ ਤੇ ਇਸਤਰੀ ਪੁਰਸ਼ ਦਾ ਵਿਆਹ ਹੈਗਾ ਜੀ, ਇੱਕ ਮੌਤ ਨਾਲ ਵਿਆਹ ਹੈਗਾ ਜੀ, ਇੱਕ ਆਤਮਾ ਤੇ ਪਰਮਾਤਮਾ ਦਾ ਵਿਆਹ ਹੈਗਾ ਜੀ। ਇਸਤਰੀ ਪੁਰਸ਼ ਵਾਲਾ ਵਿਆਹ ਚਲੋ ਤਕਰੀਬਨ ਸਾਰਿਆਂ ਦਾ ਹੀ ਹੋ ਜਾਂਦਾ। ਮੌਤ ਵਾਲਾ ਤੇ ਸਾਰਿਆਂ ਦਾ ਹੀ ਹੋਣਾ ਨਾ, ਜਿੰਨਿਆਂ ਨੇ ਜਨਮ ਲਿਆ ਜੀ, ਸਾਰਿਆਂ ਦਾ ਹੀ ਹੋਣਾ ਜੀ। ਆਤਮਾ ਤੇ ਪਰਮਾਤਮਾ ਦਾ ਵਿਆਹ ਕਰੋੜਾਂ ਚੋਂ ਇੱਕ ਅੱਧੇ ਬੰਦੇ ਦਾ ਹੀ ਹੁੰਦਾ ਜੀ, ਜਿਹੜੇ ਫਿਰ ਉਹਨੂੰ ਸਮਰਪਿਤ ਹੋ ਜਾਂਦੇ। ਉਸ ਆਤਮਾ ਦਾ ਵਿਆਹ ਪਰਮਾਤਮਾ ਨਾਲ ਹੁੰਦਾ। ਆ ਜਿਹੜੀ 12 ਮਾਹ ਦੀ ਬਾਣੀ ਹੈ ਹੀ ਇਸੇ ਪ੍ਰਥਾਏ ਸਾਰੀ ਦੀ, ਹੈ ਹੀ ਇਸੇ ਪ੍ਰਥਾਏ। ਸੱਚੇ ਪਾਤਸ਼ਾਹ ਕਿਰਪਾ ਕਰਨ, ਦਇਆ ਕਰਨ। ਜਿਨ੍ਹਾਂ ਦੀ ਆਤਮਾ ਦਾ ਪਰਮਾਤਮਾ ਨਾਲ ਵਿਆਹ ਹੋ ਗਿਆ ਨਾ ਜੀ, ਉਹਨਾਂ ਵਾਸਤੇ ਹੈ ਵੀ ਪੋਖ ਤੁਖਾਰ ਨਾ ਵਿਆਪਈ, ਕੰਠ ਮਿਲਿਆ ਹਰ ਨਾ ਹੋ। ਉਹਨਾਂ ਵਾਸਤੇ ਹੈ। ਸੱਚੇ ਪਾਤਸ਼ਾਹ ਆ ਆਤਮਾ ਅੰਦਰ ਬੈਠੀ ਝੂਰਦੀ ਰਹਿੰਦੀ ਹੈ, ਥੋੜਾ ਜਿਹਾ ਕਦੀ ਨਿੰਦਾ ਦੇ ਪ੍ਰਭਾਵ 'ਚ ਆ ਜਾਂਦੀ ਹੈ, ਕਦੀ ਗੁੱਸੇ ਵਾਲੇ ਪ੍ਰਭਾਵ 'ਚ ਆ ਜਾਂਦੀ, ਕਦੀ ਬਹੁਤੇ ਹੀ ਪ੍ਰੇਮ ਵਿੱਚ ਆ ਜਾਂਦੀ ਹੈ। ਇੱਕ ਰਸ ਅਵਸਥਾ ਸੱਚੇ ਪਾਤਸ਼ਾਹ ਸਾਡੀ ਇਸ ਰੂਹ ਨੂੰ, ਜਿੰਦ ਨੂੰ, ਆਤਮਾ ਨੂੰ ਬਖਸ਼ਿਸ਼ ਕਰੋ। ਆਪਣੇ ਨਾਮ ਸਿਮਰਨ ਵਾਲੇ ਪਾਸੇ ਲਾ ਕੇ ਸਾਡੀਆਂ ਇਹਨਾਂ ਆਤਮਾਵਾਂ ਦਾ ਭਲਾ ਕਰੋ। ਤੁਹਾਡੇ ਚਰਨਾਂ ਨਾਲ ਲੱਗੀਆਂ ਰਹਿਣ, ਐਸੀ ਕਿਰਪਾ ਕਰੋ। ਬਹੁਤ ਹੀ ਪ੍ਰੇਮ ਨਾਲ ਨੇਤਰ ਬੰਦ ਕਰਕੇ ਕੁਝ ਸਮਾਂ ਵਾਹਿਗੁਰੂ ਸ਼ਬਦ ਦਾ ਜਾਪ ਕਰਕੇ ਫਿਰ ਆਪਾਂ ਖਿਮਾ ਮੰਗਾਂਗੇ ਜੀ। ਪ੍ਰੇਮ ਨਾਲ ਨੇਤਰ ਬੰਦ ਕਰਕੇ ਗੱਜ ਕੇ ਆਖੋ ਜੀ, ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਿੰਦ ਦਾ ਵਿਆਹ ਤੇ ਇਸੇ ਤਰ੍ਹਾਂ ਹੀ ਹੋਣਾ ਜੀ। ਜਿੰਦ ਦਾ ਵਿਆਹ ਜੀ। ਹਰ ਪਹਿਲੜੀ ਲਾਭ ਪਰਵਿਰਤੀ ਕਰਮ ਦਿਰੜਾਇਆ, ਬਲ ਰਾਮ ਜੀਓ ਬਾਣੀ ਬ੍ਰਹਮਾ ਵੇਦ ਧਰਮ ਦ੍ਰਿੜਹੁ, ਪਾਪ ਤਜਾਇਆ ਬਲ ਰਾਮ ਜੀਓ। ਜਿੰਦ ਦੇ ਵਿਆਹ ਵਾਸਤੇ ਤੇ ਆਹ ਕੰਮ ਹੈਗਾ ਜੀ। ਸਤਿਗੁਰੂ ਸਾਹਿਬ ਜੀ ਦਇਆ ਕਰਨ, ਮਿਹਰ ਕਰਨ, ਕਿਰਪਾ ਕਰਨ। ਇਹਦੇ ਤੋਂ ਅੱਗੇ ਕਿਵੇਂ ਗੋਇੰਦਵਾਲ ਸਾਹਿਬ ਜਾ ਕੇ ਉਹਨਾਂ ਸਥਾਨਾਂ ਤੇ ਨਮਸਕਾਰ ਕਰਦੇ, ਉਹ ਤਰੀਕਾ ਵੀ ਸਿੱਖਣ ਹੀ ਵਾਲਾ ਹੈਗਾ ਜੀ। ਕਿਉਂ ਮੌਕਾ ਮਿਲਦਾ ਹੀ ਰਹਿੰਦਾ ਗੁਰੂ ਘਰਾਂ ਵਿੱਚ ਜਾਣ ਦਾ ਜੀ। ਪਰ ਜੇ ਸੁਣਿਆ ਹੋਵੇ ਨਾ ਜੀ ਫਿਰ ਲਾਭ ਹੁੰਦਾ ਜੀ। ਸੱਚੇ ਪਾਤਸ਼ਾਹ ਕਿਰਪਾ ਕਰਨ, ਦਇਆ ਕਰਨ, ਮਿਹਰ ਕਰਨ। ਅਗਲਾ ਪ੍ਰਸੰਗ ਕੱਲ ਨੂੰ ਆਪਾਂ ਸਰਵਣ ਕਰਾਂਗੇ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਦੋਵੇਂ ਹੱਥ ਜੋੜ ਕੇ ਪ੍ਰੇਮ ਸਹਿਤ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।